ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਤੋਂ ਤੁਹਾਡੇ ਨਾਲ ਲਾਈਵ ਹੁੰਦਾ ਹਰ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰੀ। ਇਸ ਵੇਲੇ ਇਮੀਗ੍ਰੇਸ਼ਨ ਅਪਡੇਸ਼ਨਸ ਲੈ ਕੇ ਕੈਨੇਡਾ ਦੇ ਜਿਹੜੇ ਨਿਊਜ਼ ਹੈਗੇ ਆ, ਐਕਸਪ੍ਰੈਸ ਐਂਟਰੀ ਡਰਾ ਜਿਹੜੇ ਨਿਕਲੇ ਉਹਦੇ ਬਾਰੇ ਅੱਜ ਜਿਹੜੀਆਂ ਅਪਡੇਸ਼ਨਸ ਹੈ, ਬਹੁਤ ਸਾਰੀਆਂ ਅਪਡੇਸ਼ਨਸ ਹੈ। ਉਹਦੇ ਵਿੱਚ ਜਿਹੜੀਆਂ ਅੱਜ ਮੇਨ ਅਪਡੇਸ਼ਨ ਜਿਹਦੇ ਨਾਲ ਤੁਹਾਡੇ ਨਾਲ ਮੈਂ ਗੱਲ ਕਰਨਾ, ਇੱਕ ਤੇ ਸਾਡੇ ਪੇਜ ਦੇ ਉੱਤੇ ਅੱਜ ਹੀ ਜਰਮਨੀ ਯੂਨੀਵਰਸਿਟੀ ਦਾ ਵੈਬੀਨਾਰ ਹੈਗਾ ਦੁਪਹਿਰੇ 3 ਵਜੇ। ਜਿਹੜੇ ਬੱਚੇ ਉਹਦੇ ਨਾਲ ਲਾਈਵ ਹੋਣਾ ਚਾਹੁੰਦੇ ਆ, ਜਰਮਨੀ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਆ, ਉਹ ਉਹਦੇ ਵਿੱਚ ਲੈ ਸਕਦੇ ਆ। ਦੂਸਰਾ, ਇਹਦੇ ਵਿੱਚ ਅੱਜ ਅਸੀਂ ਐਕਸਪ੍ਰੈਸ ਐਂਟਰੀ ਦੇ ਡਰਾ ਜਿਹੜੇ ਨਿਕਲੇ ਆ 27 ਔਰ 28 ਤਰੀਕ ਨੂੰ। ਐਕਸਪ੍ਰੈਸ ਐਂਟਰੀ ਵੀ ਨਿਕਲਿਆ, ਪੀਐਨਪੀ ਨਿਕਲਿਆ, ਪੀਐਨਪੀ ਦੇ ਕਿਹੜੇ ਡਰਾ ਨਿਕਲੇ ਆ, ਕੀ ਪੁਆਇੰਟ ਉਹਦੇ ਵਿੱਚ ਆਏ ਆ, ਕੀ ਹਾਈਲਾਈਟਸ ਹੈਗੀਆਂ, ਉਹਦੇ ਬਾਰੇ ਗੱਲ ਕਰਾਂਗੇ। ਤੀਸਰਾ, ਇਹਦੇ ਵਿੱਚ ਗੱਲ ਕਰਾਂਗੇ ਕਿ ਕੈਨੇਡਾ ਦਾ ਜਿਹੜਾ ਹੈਗਾ ਉਹ ਕਿਹੜੇ ਇਦਾਂ ਦੇ ਨਵੀਆਂ ਆਪਸ਼ਨਸ ਆਈਆਂ ਜਿੱਥੇ ਤੁਸੀਂ ਬਹੁਤ ਘੱਟ ਫੀਸ ਦੇ ਕੇ ਔਰ ਬੜੀ ਅੱਛੀਆਂ ਲੋਕੇਸ਼ਨ ਦੇ ਵਿੱਚ ਤੁਸੀਂ ਜਾ ਸਕਦੇ ਹੋ। ਉੱਥੇ ਕਿਹੜੇ ਆਪਸ਼ਨਸ ਹੈਗੀਆਂ ਤੁਹਾਡੇ ਕੋਲ। ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਯੂਕੇ ਦੇ ਵਿੱਚ ਜਿਹੜੇ ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮਸ ਹੈ ਉਹਦੇ ਬਾਰੇ। ਯੂਕੇ 'ਚ ਸਟੂਡੈਂਟ ਵੀਜ਼ਾ ਵਿਦਆਊਟ ਆਇਲਸ ਕਿੱਦਾਂ ਹੋਏਗਾ। ਯੂਕੇ ਦੇ ਵਿੱਚ ਜਿਹੜਾ ਹੈਗਾ, ਜਿਹੜੇ ਬਹੁਤ ਸਾਰੇ ਮੇਰੇ ਕੋਲ ਅੱਜ ਵੀ ਦਰਸ਼ਕ ਇਦਾਂ ਦੇ ਆਉਂਦੇ ਆ ਜਿਹੜੇ ਵਿਜ਼ਿਟ ਅੱਜ ਵੀ ਕਰਦੇ ਆ, ਜਿਹੜੇ ਇਹ ਕਹਿੰਦੇ ਆ ਕਿ ਯੂਕੇ 'ਚ ਪੀਆਰ ਨਹੀਂ ਹੈਗੀ। ਯੂਕੇ ਦੇ ਵਿੱਚ ਪੀਆਰ ਕਿੱਦਾਂ ਲਈ ਜਾ ਸਕਦੀ, ਉਹਦੇ ਬਾਰੇ ਗੱਲ ਕਰਾਂਗੇ। ਫਿਰ ਜਰਮਨੀ ਆਇਰਲੈਂਡ ਦੇ ਵਿੱਚ ਕੀ ਇਸ ਵੇਲੇ ਚੱਲ ਰਿਹਾ, ਉਹਦੇ ਬਾਰੇ ਗੱਲ ਕਰਾਂਗੇ। ਟਾਇਰ 4 ਤੋਂ ਟਾਇਰ 2, ਟਾਇਰ 1, ਇਹ ਸਾਰੀਆਂ ਹੋਰ ਬਹੁਤ ਸਾਰੀਆਂ, ਮਤਲਬ ਮੈਨੂੰ ਲਾਈਵ ਹੋਣ ਲੱਗੇ ਇਸ ਵੇਲੇ ਇੰਨਾ ਕੁ ਮਟੀਰੀਅਲ ਹੁੰਦਾ ਮੇਰੇ ਕੋਲ ਕਿ ਮੈਂ ਲਾਈਵ 2 ਘੰਟੇ ਵੀ ਚੱਲੇਗਾ ਤੇ ਮੈਨੂੰ ਉਹਦੇ ਵਿੱਚ ਵੀ ਹੁੰਦਾ। ਬਟ ਸਮਟਾਈਮ ਸਾਨੂੰ ਸਤਿ ਸ਼੍ਰੀ ਅਕਾਲ ਰਾਜ ਜਾਂਗਰਾ ਜੀ, ਮੈਨੂੰ ਸਮਟਾਈਮ ਇਹੀ ਹੁੰਦਾ ਕਿ ਜਿੰਨਾ ਕੁ ਮੈਂ ਸਪੈਸੀਫਿਕ ਰੱਖਾਂ ਉਹ ਸਪੈਸੀਫਿਕ ਰਵੇ। ਪਰ ਸਪੈਸੀਫਿਕ ਦੇ ਵਿੱਚ ਸਮਟਾਈਮਸ ਇਹ ਹੁੰਦਾ ਕਿ ਇਨਫੋਰਮੇਸ਼ਨ ਜਿਹੜੀ ਪੂਰੀ ਕੰਪਲੀਟ ਤੁਹਾਨੂੰ ਨਹੀਂ ਸ਼ੇਅਰ ਕੀਤੀ ਜਾਂਦੀ। ਬਟ ਮੈਂ ਟਰਾਈ ਕਰਾਂਗਾ ਕਿ ਤੁਹਾਨੂੰ ਹਰੇਕ ਬੱਚਾ ਜਿਹੜਾ ਇਸ ਵੇਲੇ ਫੋਰਨ ਜਾਣ ਦਾ ਡ੍ਰੀਮ ਦਿਮਾਗ ਦੇ ਵਿੱਚ ਰੱਖਿਆ ਹੋਇਆ, ਉਹਨੂੰ ਕੋਵਿਡ ਦਾ ਵੀ ਜਿਹੜਾ ਹੈਗਾ, ਪਲੀਜ਼ ਲੈਟ ਮੀ ਨੋ ਅਬਾਊਟ ਪੀਆਰ ਵਿਦਆਊਟ ਆਇਲਸ। ਬਵਨੀਤ ਕੌਰ ਜੁਨੇਜਾ ਜੀ, ਪੀਆਰ ਵਿਦਆਊਟ ਆਇਲਸ ਪੋਸੀਬਲ ਨਹੀਂ ਹੈਗੀ। ਲੈਟ ਮੀ ਵੈਰੀ ਕਲੀਅਰ ਯੂ ਕਿ ਜਿਹੜੀ ਕੈਨੇਡਾ ਹੈਗੀ ਆ, ਕੈਨੇਡਾ ਗਵਰਨਮੈਂਟ ਵਿਦਆਊਟ ਆਇਲਸ ਕੋਈ ਪੀਆਰ ਨਹੀਂ ਦਿੰਦੀ। ਈਵਨ ਯੂਕੇ ਦੇ ਵਿੱਚ ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮ ਆ, ਉਹ 'ਚ ਵਿਦਆਊਟ ਆਇਲਸ ਤੁਸੀਂ ਅਪਲਾਈ ਕਰ ਸਕਦੇ ਆ। ਬਟ ਉਹਦੇ ਲਈ ਵੀ ਤੁਹਾਡੀ ਅਸੈਸਮੈਂਟ ਕਰਨੀ ਬਹੁਤ ਜ਼ਰੂਰੀ ਹੈ। ਤੁਹਾਡੇ +2 ਦੇ ਵਿੱਚ ਜਿਹੜੇ ਐਜੂਕੇਸ਼ਨ ਪਰਸੈਂਟੇਜ ਹੈਗੇ ਤੁਹਾਡੇ ਅਕੈਡਮਿਕ ਦੇ ਵਿੱਚ, ਉਹ ਦੇਖਣੇ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ। ਕਿ ਮੈਂ ਉਹੀ ਇਨਫੋਰਮੇਸ਼ਨ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦਾ ਜਿਹੜਾ ਕਿ ਐਕਚੁਅਲ ਦੇ ਵਿੱਚ ਫੈਕਟਫੁਲ ਹੁੰਦੀ ਹੈ। ਉਹ ਕੋਈ ਵੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦਾ। ਮੇਰੀ ਇੱਕੋ ਇੱਕ ਅਗਲੀ ਜਿਹੜੀ ਤੁਹਾਡੇ ਨਾਲ ਲਾਈਵ ਹੋਣ ਦੇ ਲਈ ਮੇਰੀ ਇੱਕ ਮੇਨ ਖਾਹਿਸ਼ ਇਹ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਫਰਾਡਸ ਹੁੰਦੇ ਆ ਉਹਨਾਂ ਤੋਂ ਬਚਾਇਆ ਜਾ ਸਕੇ ਕਿਸੇ ਨਾ ਕਿਸੇ ਵੇ ਦੇ ਨਾਲ। ਕੋਵਿਡ ਦੇ ਨਾਲ ਅਸੀਂ ਇੱਕ ਚੀਜ਼ ਅਸੀਂ ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਹੋਪ ਇਮੀਗ੍ਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਵਿੱਚ ਅਸੀਂ ਲੈ ਕੇ ਆਏ ਤੁਹਾਡੇ ਲਈ ਹਰੇਕ ਉਮੀਦ ਦੀ ਕਿਰਨ। ਤੁਸੀਂ ਕਿਸੇ ਵੀ ਕੰਟਰੀ ਵਿੱਚ, ਕਿਸੇ ਵੀ ਮੁਲਕ ਦੇ ਵਿੱਚ ਜਾਣਾ ਚਾਹੁੰਦੇ ਆ, ਤੁਹਾਡੀ ਐਲੀਜੀਬਿਲਟੀ ਇਸ ਵੇਲੇ ਕੈਨੇਡਾ ਦੀਆਂ ਕੁਝ ਆਪਸ਼ਨਸ ਹੈਗੀਆਂ ਸਾਡੇ ਕੋਲ, ਜਿਹੜੇ ਵਿੱਚ +2 ਬੱਚੇ ਜਿਨ੍ਹਾਂ ਦੇ ਕੋਲ ਗੈਪ ਜ਼ਿਆਦਾ ਹੋ ਗਿਆ ਔਰ ਆਇਲਸ ਦੇ ਵਿੱਚ 5 ਬੈਂਡ ਤੋਂ ਜ਼ਿਆਦਾ ਨਹੀਂ ਲੈ ਪਾ ਰਹੇ, ਉਹਨਾਂ ਦੀ ਕੋਈ ਆਪਸ਼ਨਸ ਉਹ ਜਾਣਾ ਚਾਹੁੰਦੇ ਤੇ ਦੈਟ ਇਜ਼ ਪੋਸੀਬਲ ਅਗੇਨ। ਤੇ ਇਸ ਵੇਲੇ ਉਹ ਬੱਚੇ ਜਿਨ੍ਹਾਂ ਕੋਲ ਫੰਡਸ ਬਹੁਤ ਘੱਟ ਹੈ, ਖਰਚਾ ਬਹੁਤ ਘੱਟ ਹੈ, ਇਦਾਂ ਦੇ ਕੁਝ ਕਾਲਜਸ ਦੀ ਆਪਸ਼ਨ ਆ ਜਿਹੜੀ ਮੈਂ ਲੈ ਕੇ ਆ। ਚਲੋ ਅੱਜ ਸਟਾਰਟ ਕਰਦੇ ਹਾਂ ਤੁਹਾਡੇ ਨਾਲ ਆਪਣਾ ਲਾਈਵ ਪ੍ਰੋਗਰਾਮ। ਮੈਨੂੰ ਉਮੀਦ ਹੈ ਤੁਹਾਨੂੰ ਇਹ ਅੱਛਾ ਲੱਗੇਗਾ। ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਸ਼ੇਅਰ ਕਰਦੇ ਹੀ ਹੋ ਤੇ ਕਰੋਗੇ ਵੀ। ਪਹਿਲਾਂ ਮੈਂ ਉਹ ਧੰਨਵਾਦ ਕਰਨਾ ਚਾਹੁੰਦਾ ਸਾਰੇ ਦਰਸ਼ਕਾਂ ਦਾ ਜਿਹੜੇ ਬਹੁਤ ਪਿਆਰ ਦਿੰਦੇ। ਕੱਲ ਮੈਨੂੰ ਇੱਕ ਫੈਮਿਲੀ ਮਿਲ ਕੇ ਗਈ, ਦੇ ਆਰ ਸੇਇੰਗ ਕਿ ਅਸੀਂ ਤੁਹਾਨੂੰ ਉਦੋਂ ਦੇ ਫੋਲੋ ਕਰ ਰਹੇ ਹਾਂ ਜਦੋਂ ਸਾਡਾ ਬੱਚਾ 8th 9th 'ਤੇ ਸੀਗਾ, ਤੇ ਅੱਜ ਉਹਨਾਂ ਦਾ ਬੱਚਾ ਗ੍ਰੈਜੂਏਸ਼ਨ ਜਿਹੜਾ ਹੈਗਾ ਉਹ ਕੰਪਲੀਟ ਕਰ ਗਿਆ ਹੋਇਆ। ਤੇ ਹੁਣ ਉਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਮੈਂ ਉਹਨਾਂ ਦਾ ਅਤੀ ਧੰਨਵਾਦੀ ਹੈਗਾ ਕਿ ਉਹ ਕਿੰਨੇ ਸਾਲਾਂ ਤੋਂ ਮੈਨੂੰ ਫੋਲੋ ਕਰ ਰਹੇ। ਤੇ ਮੈਂ ਇੱਦਾਂ ਹੀ ਲੈ ਕੇ ਚੱਲਦਾ ਹੁੰਦਾ ਕਿ ਜਿਨ੍ਹਾਂ ਦੇ ਬੱਚੇ ਛੋਟੇ ਵੀ ਹੈਗੇ, ਅਗਰ ਜਦੋਂ ਬੱਚੇ ਉਹਨਾਂ ਦੇ ਬਾਹਰ ਜਾਣਗੇ, ਫੋਰਨ 'ਚ ਜਾਣਗੇ, ਤੇ ਉਹਨਾਂ ਨੂੰ ਉਦੋਂ ਵੀ ਸਾਡੀ ਜ਼ਰੂਰਤ ਪਏਗੀ ਤੇ ਉਹ ਸਾਡੇ ਨਾਲ ਜੁੜੇ ਰਹਿਣ, ਆਪਣੀ ਪ੍ਰੈਪਰੇਸ਼ਨ ਅੱਜ ਤੋਂ ਕਰਦੇ ਰਹਿਣ, ਸੋ ਦੈਟ ਕਿ ਤੁਸੀਂ ਇਹਨੂੰ ਤੁਹਾਨੂੰ ਉਦੋਂ ਜਿੱਦਣ ਤੁਸੀਂ ਬਾਹਰ ਜਾਣ ਦਾ ਸੁਪਨਾ ਹੋਵੇ, ਤੁਹਾਨੂੰ ਕੋਈ ਪਰੇਸ਼ਾਨੀ ਜ਼ਿਆਦਾ ਨਾ ਆਵੇ। ਪਰਸੈਂਟੇਜ ਤੁਹਾਡੇ ਬੱਚਿਆਂ ਦੀ ਠੀਕ ਹੋਣੀ ਚਾਹੀਦੀ ਆ। ਕਿਹੜੇ ਕੋਰਸ ਤੁਹਾਡੇ, ਮੈਂ ਨਾਰਮਲ ਤੁਹਾਨੂੰ ਜਿਹੜਾ ਲਾਈਵ ਹੋ ਗਿਆ ਇਹ ਚੀਜ਼ਾਂ ਦੱਸਦਾ ਰਹਿੰਦਾ ਕਿ ਬਾਹਰ ਜਾਣਾ ਜ਼ਰੂਰੀ ਕਿਉਂ ਆ, ਐਕਚੁਅਲ 'ਚ ਫੋਰਨ ਇੱਦਾਂ ਦਾ ਕਿਹੜੀ ਚੀਜ਼ ਹੈ ਜਿਹਦੇ ਵਿੱਚ ਸਾਨੂੰ ਜਾਣਾ ਜ਼ਰੂਰੀ। ਅਗਲੇ ਲਾਈਵ ਦੇ ਵਿੱਚ ਮੈਂ ਫਿਰ ਇਹੀ ਚੀਜ਼ ਦੱਸਾਂਗਾ। ਕੱਲ ਪਰਸੋਂ ਫਿਰ ਲਾਈਵ ਹੋਵਾਂਗਾ। ਅੱਜ ਦੇ ਵਿੱਚ ਪਹਿਲਾਂ ਹੀ ਮੇਰੇ ਕੋਲ ਬਹੁਤ ਮਟੀਰੀਅਲ ਹੈ ਤੁਹਾਡੇ ਨਾਲ ਗੱਲ ਕਰਨ ਦਾ, ਕਿ ਮੈਂ ਇੱਕ ਲਾਈਵ ਮੇਰਾ ਪੈਂਡਿੰਗ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਬੱਚੇ ਨੂੰ ਫੋਰਨ ਭੇਜਣਾ ਕਿਉਂ ਜ਼ਰੂਰੀ ਹੈ। ਚਲੋ ਲੈਟਸ ਸਟਾਰਟ ਅੱਜ ਦਾ। ਕਿ ਪਹਿਲਾਂ ਤਾਂ ਕੋਵਿਡ ਤੋਂ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਰਹੇ ਹੋਵੋਗੇ, ਤੁਹਾਡੇ ਸਾਰਿਆਂ ਦੀ ਸਿਹਤ ਬਹੁਤ ਵਧੀਆ ਹੋਏਗੀ।
ਸਿਹਤ ਨੂੰ ਜਿਹੜੀ ਹੈਗੀ ਠੀਕ ਰੱਖਦੇ ਅਸੀਂ ਜਿਹੜਾ ਹੈਗਾ ਆਨਲਾਈਨ ਐਪਲੀਕੇਸ਼ਨ ਦਾ ਟ੍ਰੈਂਡ ਸ਼ੁਰੂ ਕੀਤਾ ਕਿ ਤੁਹਾਨੂੰ ਸਾਡੇ ਕੋਲ ਆਉਣ ਦੀ ਲੋੜ ਨਾ ਪਵੇ, ਤੁਸੀਂ ਆਪਣੇ ਘਰੋਂ ਆਨਲਾਈਨ ਐਪਲੀਕੇਸ਼ਨ ਜਿਹੜੀ ਹੈਗੀ ਉਹ ਪ੍ਰੋਸੈਸ ਕਰ ਸਕੋ। ਤੁਸੀਂ ਸਾਨੂੰ ਡਾਕੂਮੈਂਟ ਜਿਹੜੇ ਹੈਗੇ ਆ ਈਮੇਲ ਜ਼ਰੀਏ, WhatsApp ਜ਼ਰੀਏ, ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਸਾਨੂੰ ਭੇਜ ਸਕਦੇ ਹੋ। ਕੋਈ ਸਾਡੀ ਐਡਵਾਂਸ 'ਚ ਪ੍ਰੋਸੈਸਿੰਗ ਫੀਸ ਨਹੀਂ ਹੈ। ਵੈਬਰ ਜੀ, ਸਰ ਆਈ ਹੈਵ ਡਨ ਡਿਪਲੋਮਾ ਇਨ ਮਕੈਨੀਕਲ ਐਟ 2016 ਐਂਡ 4 year experience UK based company in India after diploma and my budget is very low। ਵੈਬ ਅਗਰ ਜਿਹੜਾ ਡਿਪਲੋਮਾ ਤੁਸੀਂ ਕੀਤਾ ਹੈਗਾ, ਤੁਸੀਂ UK ਦੇ ਵਿੱਚ ਹੀ ਪੁਆਇੰਟ ਬੇਸ ਸਿਸਟਮ ਦੇ ਵਿੱਚ ਐਲੀਜੀਬਲ ਹੋ ਸਕਦੇ ਆ। ਮਕੈਨੀਕਲ ਉੱਥੇ ਇਸ ਵੇਲੇ ਸ਼ਾਰਟ ਲਿਸਟਡ ਹੈਗੀ ਆ, ਮਕੈਨੀਕਲ ਦੇ 20 ਪੁਆਇੰਟ ਤੁਹਾਨੂੰ ਐਕਸਟਰਾ ਮਿਲਦੇ ਆ। ਤੁਸੀਂ ਮੈਨੂੰ ਆਪਣਾ ਰਿਜ਼ਿਊਮ ਸੈਂਡ ਕਰੋ। ਵੈਰੀ ਸ਼ਾਰਟ ਜਿਹੜਾ ਤੁਹਾਡਾ ਤੁਸੀਂ ਕਹਿੰਦੇ ਹੋ ਬਜਟ ਤੁਹਾਡਾ ਘੱਟ ਹੈਗਾ, ਤੇ ਤੁਹਾਨੂੰ UK ਦੇ ਵਿੱਚ ਹੀ ਅਸੀਂ ਪੁਆਇੰਟ ਬੇਸ ਸਿਸਟਮ ਦੇ ਵਿੱਚ ਤੁਹਾਨੂੰ ਅਸੀਂ ਟਰਾਈ ਕਰਾਂਗੇ ਕਿ ਤੁਹਾਡੀ ਉੱਥੇ ਇਮੀਗ੍ਰੇਸ਼ਨ ਕਰਾ ਦਈਏ। ਅੱਜ ਦਾ ਕੋਵਿਡ ਨੂੰ ਨਾਲ ਲੈ ਕੇ ਦੋਸਤੋ ਆਪਣੇ ਘਰ ਤੋਂ ਬਾਹਰ ਧਿਆਨ ਦੇ ਨਾਲ ਲਿਖੋ। ਜਿਹੜੀਆਂ ਸਰਕਾਰਾਂ ਦੇ ਵਿੱਚ ਇਸ ਵੇਲੇ ਹਾਲਾਤ ਉਹ ਇਹੀ ਹੋਏ ਕਿ ਉਹਨਾਂ ਨੇ ਇਹ ਚੀਜ਼ ਲੈ ਕੇ ਚੱਲ ਗਿਆ ਕਿ ਕੋਵਿਡ ਇੱਕ ਵਾਰੀ ਸਾਰਿਆਂ ਦੇ ਨਾਲ ਇਫੈਕਟ ਹੋਣਾ ਹੀ ਆ, ਪਰ ਅਸੀਂ ਆਪਣੇ ਆਪ ਨੂੰ ਮਜ਼ਬੂਤ ਰੱਖੀਏ। ਐਕਸਰਸਾਈਜ਼ ਰੋਜ਼ ਕਰੋ, ਆਪਣੀ ਖਾਣ ਪੀਣ ਦਾ ਧਿਆਨ ਰੱਖੋ, ਆਪਣਾ ਜਿਹੜਾ ਰੋਜ਼ ਦੀ ਜਿਹੜੀ ਰੂਟੀਨ ਹੈਗੀ ਉਹਦੇ ਵਿੱਚ ਆਪਣੇ ਹੱਥ ਮੂੰਹ ਪੈਰ ਸਾਫ਼ ਸੁਥਰੇ ਰੱਖ ਕੇ ਢੱਕ ਕੇ ਤੇ ਫਿਰ ਹੀ ਬਾਹਰ ਨਿਕਲੋ। ਇਸੇ ਕਰਕੇ ਅਸੀਂ ਨਹੀਂ ਚਾਹੁੰਦੇ ਤੁਸੀਂ ਸਾਡੇ ਦਫ਼ਤਰਾਂ ਦੇ ਵਿੱਚ ਵੀ ਆਓ, ਕਿਉਂਕਿ ਸਾਡੇ ਦਫ਼ਤਰਾਂ ਦੇ ਵਿੱਚ ਅਗਰ ਰਸ਼ ਬਹੁਤ ਜ਼ਿਆਦਾ ਹੋਏਗਾ, ਬਹੁਤ ਜ਼ਿਆਦਾ ਰਸ਼, ਸਾਨੂੰ ਬਹੁਤ ਜਿਹੜੇ ਹੈਗੇ ਆ ਸਟੂਡੈਂਟ ਸਾਡੇ ਕੋਲ ਅੱਜ ਵੀ ਸਾਡੇ ਕੋਲ ਵਿਜ਼ਿਟ ਕਰਨ ਨੂੰ ਸਾਡੀ ਅਪਾਇੰਟਮੈਂਟ ਮੰਗ ਰਹੇ, ਬਟ ਅਸੀਂ ਉਹ ਦੇ ਨਹੀਂ ਰਹੇ। ਅਸੀਂ ਉਹਨਾਂ ਨੂੰ ਇਹੀ ਕਹਿ ਰਹੇ ਕਿ ਤੁਸੀਂ ਪਲੀਜ਼ ਘਰ 'ਚ ਬੈਠੋ, ਘਰੋਂ ਬੈਠੇ ਅਪਲਾਈ ਕਰੋ। ਅਸੀਂ ਫ੍ਰੀ ਆਫ ਕਾਸਟ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਉਹ ਪ੍ਰੋਸੈਸ ਕਰ ਰਹੇ ਹਾਂ। ਕੈਨੇਡਾ ਦੇ ਵਿੱਚ ਹੁਣ ਅਸੀਂ ਸਟਾਰਟ ਕਰੀਏ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਕਾਲਜਸ ਹੈ ਜਿਹੜੇ ਫ੍ਰੀ 'ਚ ਆਫਰ ਲੈਟਰ ਦੇ ਰਹੇ ਆ। ਕੈਨੇਡਾ ਦੇ ਵਿੱਚ ਅਗਰ ਤੁਸੀਂ ਫੀਸ ਆਫਟਰ ਵੀਜ਼ਾ ਦੇਣਾ ਚਾਹੁੰਦੇ, ਅਸੀਂ ਹਰ ਤਰ੍ਹਾਂ ਦੀ ਪ੍ਰੋਫਾਈਲ ਦੇ ਨਾਲ ਅੱਜ ਡਿਸਕਸ ਕਰਾਂਗੇ। ਜਿਹੜੇ ਬੱਚਿਆਂ ਮੇਰੇ ਕੋਲ ਆਪਸ਼ਨ ਹੈਗੀ ਆ ਓਵਰਆਲ 6 2 ਚੋਂ 5.5 ਬੈਂਡ ਗਵਰਨਮੈਂਟ ਇੰਸਟੀਚਿਊਟ ਟੋਰਾਂਟੋ ਦੇ ਵਿੱਚ, ਗਵਰਨਮੈਂਟ ਇੰਸਟੀਚਿਊਟ ਬਰੈਂਪਟਨ ਦੇ ਵਿੱਚ, ਗਵਰਨਮੈਂਟ ਇੰਸਟੀਚਿਊਟ ਵੈਨਕੂਵਰ ਦੇ ਵਿੱਚ, ਸਰੀ ਦੇ ਲਾਗੇ ਛਾਗੇ ਜਿਹੜੇ ਇੰਸਟੀਚਿਊਟਸ ਹੈਗੇ ਜਿਹੜੇ ਉੱਥੇ ਤੁਹਾਨੂੰ ਐਡਮਿਸ਼ਨ ਦਵਾ ਸਕਦੇ ਆ। ਗ੍ਰੈਜੂਏਸ਼ਨ ਕੀਤੀ ਹੋਈ ਹੈ ਓਵਰਆਲ 6.5 ਬੈਂਡ ਆ, ਕਿਸੇ ਇੱਕ ਚੋਂ 5.5 ਹੈਗੇ, ਦੈਨ ਵੀ ਕੈਨ ਅਸੀਂ ਉਹਦੇ ਲਈ ਵੀ ਤੁਹਾਡੀ ਜਿਹੜੀ ਹੈਗੀ ਆ ਉਹ ਐਡਮਿਸ਼ਨ ਇਹਨਾਂ ਸਾਰੇ ਸਿਟੀਜ਼ ਦੇ ਵਿੱਚ ਕਰਾ ਸਕਦੇ ਹਾਂ। ਤੁਸੀਂ ਮੌਂਟਰੀਅਲ ਜਾਣਾ ਚਾਹੁੰਦੇ ਹੋ, ਮੌਂਟਰੀਅਲ ਦੇ ਵਿੱਚ ਇਸ ਵੇਲੇ ਬਹੁਤ ਡਿਮਾਂਡ ਹੈ। ਮੌਂਟਰੀਅਲ ਦੇ ਵਿੱਚ ਤੁਹਾਨੂੰ ਅਸੀਂ 2 ਚੋਂ 5.5 ਓਵਰਆਲ 6 ਦੇ ਵਿੱਚ ਮੌਂਟਰੀਅਲ ਦੇ ਵਿੱਚ ਵੀ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ। ਚਾਹੇ ਤੁਸੀਂ ਆਰਟਸ ਕੀਤੀ ਹੈ, ਕਾਮਰਸ ਕੀਤੀ ਹੈ, ਮੈਡੀਕਲ ਕੀਤੀ ਹੈ, ਨਾਨ ਮੈਡੀਕਲ ਕੀਤੀ ਹੈ, ਤੁਹਾਡੇ ਇਹ ਸਾਰੇ ਪ੍ਰੋਗਰਾਮਸ ਅਵੇਲੇਬਲ ਹੈਗੇ ਆ। ਫਿਰ ਉਸ ਤੋਂ ਬਾਅਦ ਚੋਂ ਇੱਦਾਂ ਦੇ ਕਾਲਜਸ ਹੈਗੇ ਆ 2 ਤਰੀਕ ਨੂੰ ਸਾਡੇ ਨਾਲ ਲਾਈਵ ਹੋਣਗੇ। ਟੋਰਾਂਟੋ ਸਕੂਲ ਆਫ ਮੈਨੇਜਮੈਂਟ, ਟੋਰਾਂਟੋ ਸਕੂਲ ਆਫ ਮੈਨੇਜਮੈਂਟ ਦਾ ਜਿਹੜਾ ਕਾਲਜ ਹੈ ਉਹਦੀ ਫੀਸ 14,500 ਹੈ। ਰਾਈਟ ਨਾਓ ਦੇ ਆਰ ਗਿਵਿੰਗ $7,000 ਦਾ ਡਿਸਕਾਊਂਟ ਦੇ ਰਹੇ ਆ, ਅਵਾਰਡ ਦੇ ਰਹੇ ਆ, ਸਕਾਲਰਸ਼ਿਪ ਦੇ ਰਹੇ ਜਾਂ ਵਟ ਐਵਰ ਤੁਸੀਂ ਜੋ ਮਰਜ਼ੀ ਸਮਝੋ। 2 ਸਾਲਾਂ ਦੀ ਫੀਸ ਜਿਹੜੀ ਆ $7,500 ਆ। 1 ਸਾਲ ਦੀ ਫੀਸ 2 ਲੱਖ ਰੁਪਏ ਦੇ ਆਸ-ਪਾਸ ਬਣਦੀ ਹੈ ਤੇ 2 ਸਾਲਾਂ ਦੀ ਫੀਸ 4 ਲੱਖ ਦੇ ਆਸ-ਪਾਸ ਬਣਦੀ। ਤੁਸੀਂ ਇਦਾਂ ਦੇ ਅਗਰ ਤੁਹਾਡਾ ਬਜਟ ਲੋ ਹੈ, ਕੈਨੇਡਾ ਜਾਣਾ ਚਾਹੁੰਦੇ ਆ, ਜਿਹੜੇ ਬੱਚੇ ਉਦੋਂ ਮੈਂ ਦੇਖਦਾ ਸੀਗਾ ਕਿ ਇਹ ਆਪਸ਼ਨ ਪਹਿਲਾਂ ਨਹੀਂ ਸੀ ਹੁੰਦੀਆਂ, ਬੱਚਿਆਂ ਨੂੰ ਕੈਨੇਡਾ ਜਾਣ ਲਈ 14 15 ਲੱਖ ਰੁਪਏ ਖਰਚਣਾ ਪੈਂਦਾ ਸੀ, ਤੇ ਉਹ ਬੱਚੇ GIC ਦੇ ਨਾਲ 2-3 ਲੱਖ ਰੁਪਏ ਹੋਰ ਦੇ ਕੇ ਲੈਸ ਦੈਨ 7-8 ਲੱਖ ਦੇ ਵਿੱਚ ਤੁਸੀਂ ਕੈਨੇਡਾ ਮੂਵ ਹੋ ਸਕਦੇ ਹੋ। ਉਹ ਵੀ ਟੋਰਾਂਟੋ ਵਰਗੇ ਸ਼ਹਿਰ ਦੇ ਵਿੱਚ, ਉਹ ਵੀ ਪੋਸਟਲੀ ਵਰਕ ਪਰਮਿਟ ਤੁਹਾਨੂੰ ਉਸ ਤੋਂ ਬਾਅਦ ਚੋਂ ਮਿਲੇਗਾ। ਕਿੱਦਾਂ ਮਿਲੇਗਾ ਤੁਹਾਨੂੰ? ਤੁਹਾਡੇ ਨਾਲ ਕਾਲਜ ਖੁਦ ਲਾਈਵ ਹੋਏਗਾ 2 ਤਾਰੀਖ ਨੂੰ। ਜਿਹੜੇ ਬੱਚੇ ਇਹਦੇ ਲਈ ਲਾਈਵ ਹੋਣਾ ਚਾਹੁੰਦੇ ਆ, ਸਾਨੂੰ ਉਹਦੇ ਨਾਲ ਸਾਨੂੰ ਆਪਣੀ ਰਿਕੁਐਸਟ ਭੇਜਣ, ਤੁਹਾਨੂੰ ਅਸੀਂ ਰਿਮਾਈਂਡਰ ਦਿਆਂਗੇ। ਇੱਕ ਸਪੈਸ਼ਲ ਵੈਬੀਨਾਰ ਵੀ ਕਰਾਂਗੇ ਜਿੰਨਾ ਤੁਸੀਂ ਡਾਇਰੈਕਟ ਕੁਐਸਚਨਸ ਕਾਲਜ ਦੇ ਰਿਪਰੈਜ਼ੈਂਟੇਟਿਵ ਨੂੰ 2 ਤਾਰੀਖ ਨੂੰ ਪੁੱਛ ਸਕਦੇ ਹੋ। ਫਿਰ ਉਸ ਤੋਂ ਬਾਅਦ ਚੋਂ ਮੈਂ ਤੁਹਾਨੂੰ ਦੱਸਦਾ ਐਲੀਜੀਬਿਲਟੀ 2 ਚੋਂ 5.5 ਹੈ। ਹੁਣ ਇੱਕ ਕਾਲਜ ਹੋ ਗਿਆ ਮੇਰੇ ਕੋਲ ਮੌਂਟਰੀਅਲ ਦੇ ਵਿੱਚ, ਜਿਹਦੇ ਟੋਟਲ ਫੀਸ 3.5 ਲੱਖ ਰੁਪਇਆ 1 ਸਾਲ ਦੀ। ਮੌਂਟਰੀਅਲ ਦੇ ਵਿੱਚ ਵੀ ਬਹੁਤ ਘੱਟ ਫੀਸ ਦੇ ਨਾਲ ਸਾਡੇ ਕੋਲ ਕਾਲਜਸ ਹੈਗੇ। ਮੈਂ ਕਾਲਜਸ ਦੇ ਨਾਂ ਡਿਸਕਲੋਜ਼ ਹਲੇ ਨਹੀਂ ਕਰ ਸਕਦਾ, ਬਟ ਆਈ ਵੁੱਡ ਲਾਈਕ ਕਿ ਤੁਸੀਂ ਅਪਲਾਈ ਕਰੋ। ਤੁਹਾਨੂੰ ਆਫਰ ਲੈਟਰ ਜਿਹੜੀ ਹੈਗੀ ਆ ਵਿਦਿਨ 2-3 ਡੇਜ਼ ਵੀ ਨਹੀਂ, ਸਾਡੇ ਕੋਲ ਅੱਜ ਅਸੀਂ ਕੱਲ੍ਹ ਆਫਰ ਲੈਟਰ ਅਪਲਾਈ ਕੀਤੀਆਂ ਸੀ। ਅੱਜ ਸਾਡੇ ਕੋਲ ਜਿਹੜੀਆਂ ਹੈਗੀਆਂ 15-20 ਆਫਰ ਲੈਟਰਸ ਅੱਜ ਸਾਡੇ ਕੋਲ ਸਵੇਰੇ ਰਿਸੀਵ ਹੋਈਆਂ ਸੀਗੀਆਂ। ਤੇ ਹੁਣ ਜਦੋਂ ਇਸੇ ਚੀਜ਼ ਨੂੰ ਮੈਂ ਗੱਲ ਕਰਦਾ ਪਿਆ ਕਿ ਜਿਹੜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਐਜ਼ ਸੂਨ ਐਜ਼ ਪੋਸੀਬਲ, ਇਹਨਾਂ ਦੇ ਵਿੱਚ ਸੀਟਾਂ ਬਹੁਤੀਆਂ ਜ਼ਿਆਦਾ ਨਹੀਂ ਹੈਗੀਆਂ, ਸੀਟਾਂ ਬਹੁਤ ਘੱਟ ਹੈ। ਕੈਨੇਡਾ ਦੇ ਵਿੱਚ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਕਿ ਜਿਹੜੇ ਕਾਲਜਸ ਨੇ ਆਪਣਾ ਇਨਟੇਕ ਸਟਾਰਟ ਕਰ ਦੇਣਾ ਟਾਈਮ ਦੇ ਉੱਤੇ ਸਪਟੈਂਬਰ ਦੇ ਉੱਤੇ, ਉਹਨਾਂ ਦੀ ਜਿਹੜੀ ਸੀਟਿੰਗ ਕਪੈਸਿਟੀ ਹੈ ਅਗਰ ਉਹ 100% ਦੇ ਨਾਲ ਨਹੀਂ ਉਹ ਚੱਲਣਗੇ। ਜੇ 100 ਸੀਟਾਂ ਉਹਦੇ ਵਿੱਚ ਹੈਗੀਆਂ, ਇੱਕ ਕਲਾਸ ਦੇ ਵਿੱਚ 100 ਬੱਚੇ ਨੇ ਬਹਿਣਾ, ਤੇ ਉਹ 40 ਜਾਂ 50 ਬੱਚੇ ਬਿਠਾ ਕੇ ਹੀ ਆਪਣੇ ਕਲਾਸਿਸ ਲਗਾਉਣਗੇ, ਕਿਉਂਕਿ ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਪ੍ਰੀਕਾਸ਼ਨਸ ਲੈ ਕੇ ਚੱਲਦੀਆਂ ਕੋਵਿਡ ਨੂੰ ਲੈ ਕੇ, ਤਾਂ ਕਿ ਕੋਈ ਬੱਚਾ ਉੱਥੇ ਬਿਮਾਰ ਨਾ ਹੋਵੇ ਉਹਨਾਂ ਦੇ ਕੋਲ ਵੀ। ਸੋ ਜਿਹੜੇ ਇਸ ਵੇਲੇ ਬੱਚੇ ਫੋਰਨ ਜਾ ਰਹੇ ਆ ਉਹਨਾਂ ਲਈ ਬਹੁਤ ਜ਼ਰੂਰੀ ਹੈ ਮੈਡੀਕਲ ਇੰਸ਼ੋਰੈਂਸ ਆਪਣੀ ਨਾਲ ਲੈ ਕੇ ਕਰਾ ਕੇ ਜਾਣੀ। ਉਹਦੇ ਵਿੱਚ ਕੋਵਿਡ ਤੁਹਾਡਾ ਵਿੱਚ ਹੋਣਾ ਚਾਹੀਦਾ ਕਿ
ਹੁਣ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ। ਮੈਂ ਤੁਹਾਨੂੰ ਦੱਸ ਰਿਹਾ ਕਿ ਅਗਰ ਤੁਸੀਂ ਮੌਂਟਰੀਅਲ ਜਾਣਾ ਚਾਹੁੰਦੇ ਘੱਟ ਖਰਚੇ 'ਚ 3.5 ਲੱਖ ਰੁਪਏ 1 ਸਾਲ ਦੀ ਫੀਸ ਦੇ ਨਾਲ ਮੌਂਟਰੀਅਲ 'ਚ ਆਪਸ਼ਨ ਹੈਗੀ ਹੈ। ਟੋਰਾਂਟੋ 'ਚ ਜਾਣਾ ਚਾਹੁੰਦੇ ਘੱਟ ਖਰਚੇ 'ਚ 2 ਲੱਖ ਰੁਪਏ ਦੀ ਸਾਲ ਦੀ ਫੀਸ ਦੇ ਨਾਲ ਟੋਰਾਂਟੋ ਦੇ ਵਿੱਚ ਤੁਹਾਨੂੰ ਆਪਸ਼ਨ ਮਿਲ ਸਕਦੀ ਹੈ। ਅਗਰ ਤੁਸੀਂ ਓਵਰਆਲ ਮੈਂ ਹੁਣ ਇਹਦੇ ਵਿੱਚ ਅਗਰ ਡਿਟੇਲ ਦੇ ਵਿੱਚ ਆਉਂਦੇ ਹਾਂ, ਮੈਂ ਕਹਿਣਾ ਚਾਹੁੰਦਾ ਕਿ ਅਗਰ ਤੁਹਾਡੇ ਓਵਰਆਲ 6 ਹੈ, 2 ਚੋਂ 5.5 ਹੈ, ਜਾਂ ਤਾਂ ਮੌਂਟਰੀਅਲ ਚਲ ਜਾਓ, ਜਾਂ ਤੁਸੀਂ ਜਿਹੜਾ ਟੋਰਾਂਟੋ ਤੇ ਬਰੈਂਪਟਨ ਦੇ ਵਿੱਚ ਗਵਰਨਮੈਂਟ ਇੰਸਟੀਚਿਊਟ ਹੈ ਉਹਨੂੰ ਅਪਰੋਚ ਕਰੋ, ਉਹਦੇ ਆਫਰ ਲੈਟਰ ਸਾਡੇ ਕੋਲੋਂ ਲਓ। ਉਹਦੀਆਂ ਵੀ ਸੀਟਾਂ ਬਹੁਤ ਘੱਟ ਰਹਿ ਗਈਆਂ ਇਸ ਵੇਲੇ। ਅਸੀਂ ਆਲਰੇਡੀ 40-50 ਆਫਰ ਲੈਟਰਾਂ ਇਸ਼ੂ ਕਰਾ ਚੁੱਕੇ ਹਾਂ, ਤੇ ਕੁਝ ਆਫਰ ਲੈਟਰਾਂ ਰਹਿ ਗਈਆਂ ਜਿਹਦੇ ਵਿੱਚ ਉਹਨਾਂ ਨੂੰ ਹੋਰ ਉਹ ਦੇਣਗੇ। ਜਿਹੜੇ ਬੱਚੇ ਇੰਟਰਸਟਡ ਹੈ ਇਹਨੂੰ ਹੋਰ ਡਿਲੇ ਨਾ ਕਰਨ। ਫੀਸਾਂ ਕਦੋਂ ਟ੍ਰਾਂਸਫਰ ਹੋਣੀਆਂ, ਪੜ੍ਹਾਈ ਉੱਥੇ ਅੰਬੈਸੀ ਕਦੋਂ ਖੁੱਲ੍ਹਣੀ ਹੈ, ਫਲਾਈਟਾਂ ਕਦੋਂ ਸਟਾਰਟ ਹੋਣੀਆਂ, ਅਸੀਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰ ਰਹੇ ਹਾਂ। ਆਫਰ ਲੈਟਰ ਲੈ ਰਹੇ ਹਾਂ ਅੱਜ, ਸਿਰਫ ਤੇ ਸਿਰਫ ਆਫਰ ਲੈਟਰ। ਫੀਸਾਂ ਤੁਹਾਡੀਆਂ ਟ੍ਰਾਂਸਫਰ ਉਦੋਂ ਕਰਾਵਾਂਗੇ ਜਿੱਦਣ ਤੁਹਾਡੀ ਕਹਿ ਲਓ ਕਿ ਸਾਰਾ ਕੁਝ ਨੋਰਮਲ ਹੋ ਜਾਏਗਾ, ਜਿਸ ਦਿਨ ਤੁਹਾਡਾ ਜਿਹੜਾ ਹੈਗਾ ਫਲਾਈਟਾਂ ਨੋਰਮਲ ਹੋ ਜਾਣਗੀਆਂ, ਅੰਬੈਸੀ ਨੋਰਮਲ ਹੋ ਜਾਏਗੀ, ਸਭ ਕੁਝ ਤੁਹਾਡਾ ਵੀਜ਼ਾ ਨਾਲ ਸਟਾਰਟ ਹੋ ਜਾਏਗਾ। ਬਟ ਬਿਫੋਰ ਦੈਟ ਤੁਹਾਡਾ GIC ਹੋਵੇ, GIC ਹੋਇਆ ਹੋਵੇ, ਤੁਹਾਡੀ ਆਫਰ ਲੈਟਰ ਆਈ ਹੋਈ ਹੋਵੇ, ਤੁਹਾਡਾ ਮੈਡੀਕਲ ਹੋਇਆ ਹੋਵੇ, ਤਾਂ ਕਿ ਤੁਹਾਡੀ ਜਿਹੜੀ ਫਾਈਲ ਲੱਗਣ ਲੱਗੇ ਤੁਹਾਨੂੰ ਬਹੁਤੀ ਦਿੱਕਤ ਨਾ ਹੋਵੇ। ਜਿਹੜੇ ਘੱਟ ਖਰਚੇ ਵਾਲੇ ਕੰਮ ਹੈਗੇ ਆ ਉਹ ਤੁਹਾਡੇ ਹੋਏ ਹੋਣ। ਫਿਰ ਜੇ ਤੁਹਾਡੇ ਓਵਰਆਲ 6 ਬੈਂਡ ਹੈਗੇ ਆ, ਕਿਸੇ ਇੱਕ ਚੋਂ 5.5 ਆ, ਤੇ ਗੋ ਫॉर ਦੀਸ ਕਾਲਜਸ ਜਿਹਨਾਂ ਵਿੱਚ 2-2 ਲੱਖ ਰੁਪਏ ਦੀ ਫੀਸ ਹੈ, 3-3 ਲੱਖ ਰੁਪਏ ਦੀ ਫੀਸ ਹੈ। ਜਿਹੜੇ ਘੱਟ ਖਰਚੇ ਵਾਲੇ ਹੈਗੇ ਉਹ ਕਾਲਜ ਜਿਹੜੇ ਹੈਗੇ ਆ, ਉਹ ਮੈਂ ਉਹਨਾਂ ਬੱਚਿਆਂ ਨੂੰ ਰਿਕਮੈਂਡ ਕਰਦਾ ਜਿਨ੍ਹਾਂ ਦੀ ਜਿਹੜੀ ਹੈਗੀ ਆਇਲਸ ਅੱਛੀ ਹੈਗੀ ਹੈ, ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈਗੀ ਹੈ। ਕਿਉਂਕਿ ਜਦੋਂ ਫਾਈਲ ਤੁਹਾਡੀ ਵੀਜ਼ਾ ਆਫਿਸਰ ਕੋਲ ਜਾਵੇ, ਅਗਰ ਤੁਹਾਡੀ ਪ੍ਰੋਫਾਈਲ ਵੀਕ ਹੈ ਤੇ ਉਸ ਵੀਕ ਪ੍ਰੋਫਾਈਲ ਦੇ ਲਈ ਤੁਹਾਡੀ ਜਿਹੜੀ ਤੁਹਾਡੇ ਕੋਲ ਐਡਮਿਸ਼ਨ ਹੋਵੇ ਉਹ ਗਵਰਨਮੈਂਟ ਇੰਸਟੀਚਿਊਟ ਦੀ ਹੋਵੇ। ਪੋਸਟ ਸਟੱਡੀ ਵਰਕ ਪਰਮਿਟ ਅਸੀਂ ਹਰੇਕ 'ਚ ਦੇ ਰਹੇ ਤੁਹਾਨੂੰ। ਹੁਣ ਇਹਦੇ ਵਿੱਚ ਕੋਈ ਬੱਚਾ ਇਹ ਕੁਐਸਚਨ ਨਾ ਕਰੇ ਕਿ ਇਹਨਾਂ ਕਾਲਜਾਂ 'ਤੇ ਪੋਸਟ ਸਟੱਡੀ ਵਰਕ ਪਰਮਿਟ ਹੈਗਾ ਜਾਂ ਨਹੀਂ ਹੈਗਾ। ਹਰੇਕ ਕਾਲਜ, ਜਿਹੜਾ ਕਾਲਜ ਵੀ ਅਸੀਂ ਹਰਨੀਲ ਓਵਰਸੀਜ਼ ਪਾਥਵੇ ਐਜੂਕੇਸ਼ਨ ਤੁਹਾਡੇ ਨਾਲ ਸ਼ੇਅਰ ਕਰੇਗਾ, ਜਿਹਦੀ ਵੀ ਆਫਰ ਲੈਟਰ ਤੁਹਾਨੂੰ ਲੈ ਕੇ ਦੇਵਾਂਗੇ, ਉਹਨਾਂ ਸਾਰਿਆਂ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਹੋਏਗਾ। ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਹੁੰਦਾ ਕਿ ਉੱਥੇ ਜਾ ਕੇ ਪਤਾ ਨਹੀਂ ਵਰਕ ਪਰਮਿਟ ਮਿਲਣਾ ਕਿ ਨਹੀਂ ਮਿਲਣਾ। ਅਸੀਂ ਜਿਹੜੇ ਬੱਚੇ ਨੂੰ ਭੇਜਾਂਗੇ, ਜਿਹੜੇ ਵੀ ਕਾਲਜਾਂ 'ਚ ਭੇਜਾਂਗੇ, ਸਾਰਿਆਂ 'ਚ ਪੋਸਟ ਸਟੱਡੀ ਵਰਕ ਪਰਮਿਟ ਹੋਏਗਾ। ਔਰ ਮੇਰੀ ਗਰੰਟੀ ਹੈ, ਅਗਰ ਤੁਸੀਂ ਫੀਸ ਉੱਥੇ ਭੇਜ ਵੀ ਦਿੰਦੇ ਹੋ, ਦੈਟ ਇਜ਼ ਮਾਈ ਪਰਸਨਲ ਗਰੰਟੀ ਕਿ ਤੁਹਾਨੂੰ ਜਿਹੜੀ ਹੈਗੀ ਤੁਹਾਡੀ ਫੀਸ ਨਹੀਂ ਫਸਣ ਦਿੰਦੇ, ਤੁਹਾਡੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੰਦੇ। ਫਿਰ ਉਸ ਤੋਂ ਬਾਅਦ 'ਚੋਂ ਕੁਐਸਚਨ ਆ ਜਾਂਦਾ ਕਿ ਪੈਕੇਜ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਬਹੁਤ ਬੱਚੇ ਸਾਨੂੰ ਆਫਰ ਕਰਦੇ ਆ ਕਿ ਸਰ ਫੀਸ ਵੀਜ਼ੇ ਤੋਂ ਬਾਅਦ 'ਚੋਂ ਅਸੀਂ ਦੇਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਪੈਕੇਜ ਕਰਨਾ ਚਾਹੁੰਦੇ ਹਾਂ। ਹੁਣ ਉਹਦੇ ਵਿੱਚ ਮੈਂ ਇੱਕ ਤੁਹਾਡੇ ਨਾਲ ਸਾਫ਼ ਤਰੀਕੇ ਨਾਲ ਕਹੂੰਗਾ ਕਿ ਪੈਕੇਜ ਦੋ ਤਰ੍ਹਾਂ ਨਾਲ ਬੱਚੇ ਉਹਨਾਂ ਦੇ ਕਾਰਨ ਹੁੰਦੇ ਪੈਕੇਜ ਕਰਨ ਦੇ। ਪਹਿਲਾ ਕਾਰਨ ਹੁੰਦਾ ਕਿ ਬੱਚੇ ਕੋਲ ਪੈਸੇ ਹੁੰਦੇ ਨਹੀਂ ਹੈ। ਮੈਂ ਫਰੈਂਕਲੀ ਗੱਲ ਕਰ ਰਿਹਾ, ਜੋ ਤੁਹਾਡੇ ਅਗਰ ਮੈਂ ਕੋਈ ਝੂਠ ਬੋਲਾਂਗਾ ਤਾਂ ਤੁਹਾਨੂੰ ਆਪਣੇ ਆਟੋਮੈਟਿਕਲੀ ਪਤਾ ਲੱਗ ਜਾਏਗਾ। ਪਹਿਲਾ ਕਾਰਨ ਇਹ ਹੁੰਦਾ ਪੈਕੇਜ ਕਰਨ ਦਾ ਕਿ ਬੱਚੇ ਕੋਲ ਪੈਸੇ ਹੁੰਦੇ ਨਹੀਂ ਹੈ, ਬੱਚੇ ਨੇ ਅਰੇਂਜ ਕਰਨੇ ਹੁੰਦੇ ਆ। ਬੱਚਾ ਕਹਿੰਦਾ ਵੀਜ਼ਾ ਆ ਜਾਏਗਾ ਤਾਂ ਠੀਕ ਹੈ ਯਾਰ, 2-4 ਲੱਖ ਰੁਪਏ ਫਾਲਤੂ ਦੇ ਦਾਂਗੇ ਤੇ ਅਰੇਂਜ ਕਰ ਲਾਂਗੇ। ਉਦੋਂ ਯਾਰਾਂ ਦੋਸਤਾਂ ਕੋਲੋਂ, ਰਿਸ਼ਤੇਦਾਰਾਂ ਕੋਲੋਂ ਮੰਗਾਂਗੇ, ਜਾਂ ਕਿਤੋਂ ਵਿਆਜੀ ਵੀ ਚੱਕਣੇ ਤਾਂ ਉਦੋਂ ਚੱਕਾਂਗੇ ਜਦੋਂ ਵੀਜ਼ਾ ਆ ਜਾਏਗਾ। ਕਈਆਂ ਦੇ ਕੋਲ ਪੈਸੇ ਹੁੰਦੇ ਆ ਤੇ ਸਿਰਫ ਆਪਣੀ ਸਿਕਿਉਰਿਟੀ ਕਰਕੇ ਕਿ ਯਾਰ ਪਤਾ ਨਹੀਂ ਇਹ 10 ਲੱਖ ਪਿਆ ਜਾਂ 15 ਲੱਖ ਪਿਆ, ਅਸੀਂ ਏਜੰਟ ਦੇ ਕਹਿਣ ਤੇ ਕਾਲਜ ਨੂੰ ਭੇਜ ਦਿੱਤਾ, ਕੱਲ ਨੂੰ ਪਤਾ ਨਹੀਂ ਆਣਾ ਕਿ ਨਹੀਂ ਆਣਾ। ਦੋਸਤੋ, ਕਿਸੇ ਵੀ ਚੀਜ਼ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਹੈਗੀ। ਜਦੋਂ ਤੁਹਾਡਾ ਕੇਸ ਅਗਰ ਸਾਡੇ ਕੋਲ ਹੈਗਾ, ਤੁਹਾਡੀ 1-1 ਰੁਪਏ ਦੀ ਸਾਡੀ ਸਿਕਿਉਰਿਟੀ ਹੈਗੀ ਆ, ਅਸੀਂ ਉਹਦੀ ਸ਼ਿਓਰਿਟੀ ਤੁਹਾਨੂੰ ਦਿਆਂਗੇ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ 100% ਆਉਣਗੇ। ਪਹਿਲੀ ਗੱਲ ਤੇ ਸਾਡਾ ਜਿਹੜਾ ਮੇਨ ਮੋਟਿਵ ਆ ਵੀਜ਼ਾ ਲਗਾਉਣਾ। ਸਾਡਾ ਮੋਟਿਵ ਨਹੀਂ ਹੈ ਕਿ ਤੁਹਾਡਾ ਕੇਸ ਰਿਫਿਊਜ਼ ਕਰਨਾ। ਵੀਜ਼ਾ ਲਗਾਉਣ ਤੱਕ ਤੁਹਾਨੂੰ ਲੈ ਕੇ ਜਾਵਾਂਗੇ। ਫਿਰ ਵੀ ਤੁਹਾਨੂੰ ਗਰੰਟੀ ਜਿਹੜੀ ਉਹ ਦੇ ਰਿਹਾ ਮੈਂ, ਜਦੋਂ ਕਿ ਉਹਨਾਂ ਨੂੰ ਲੱਗਦਾ ਕਿ ਹਰੇਕ ਬੰਦੇ ਨੂੰ ਲੱਗਦਾ ਕਿ ਜੇ ਵੀਜ਼ਾ ਨਹੀਂ ਆਇਆ ਤਾਂ ਸਾਡੇ ਜਿਹੜੇ ਪੈਸੇ ਆ ਉਹ ਸੇਫ ਔਰ ਸਿਕਿਉਰ ਹੋਣੇ ਚਾਹੀਦੇ ਆ। ਸੋ ਇਹ ਗੱਲਾਂ ਸੀਗੀਆਂ ਕੈਨੇਡਾ ਦੇ ਜਿਹੜੇ ਸਟੂਡੈਂਟ ਵੀਜ਼ਾ ਦੀਆਂ। ਮੈਨੂੰ ਉਮੀਦ ਹੈ ਕਿ ਤੁਹਾਡਾ ਇਹਦੇ ਨਾਲ ਸਾਰੇ ਜਿਹੜੇ ਕੁਐਸਚਨ ਹੈ ਉਹਨਾਂ ਦੇ ਆਨਸਰ ਤੁਹਾਨੂੰ ਮਿਲ ਗਏ ਹੋਣਗੇ। ਲਾਈਕ ਤੁਹਾਡਾ ਜਿਹੜਾ ਘੱਟ ਫੀਸ ਵਾਲਾ ਕਾਲਜ ਟੋਰਾਂਟੋ ਦਾ, ਉਹਦੇ ਵਿੱਚ ਕੋਰਸਿਸ ਸਾਰੇ ਹੈਗੇ ਆ। ਘੱਟ ਫੀਸ ਵਾਲਾ ਕਾਲਜ ਵੈਨਕੂਵਰ ਦੇ ਵਿੱਚ ਸਾਡੇ ਕੋਲ ਹੈਗਾ, ਉਹਦੇ ਵਿੱਚ ਸਾਰੇ ਕੋਰਸਿਸ ਹੈਗੇ ਆ। ਘੱਟ ਕਾਲਜ ਵਾਲਾ ਸਾਡੇ ਕੋਲ ਮੌਂਟਰੀਅਲ ਦੇ ਵਿੱਚ ਹੈਗਾ, ਉਹਦੇ ਵਿੱਚ ਸਾਰੇ ਕੋਰਸਿਸ ਹੈਗੇ ਆ। ਆਫਰ ਲੈਟਰ ਕਈ ਕਾਲਜਾਂ ਦੀ ਫੀਸ ਫ੍ਰੀ ਆਫ ਕਾਸਟ ਹੈਗੀ, ਆਫਰ ਲੈਟਰ ਦੀ ਵੀ ਕਈ ਕਾਲਜਸ ਦੀ $100 ਫੀਸ ਹੈਗੀ ਆ। ਤੇ ਫ੍ਰੀ ਦੇ ਵਿੱਚ ਵੀ ਅਗਰ ਤੁਸੀਂ ਆਫਰ ਲੈਟਰ ਲੈਣਾ ਚਾਹੁੰਦੇ ਤਾਂ ਉਹਦੀਆਂ ਵੀ ਤੁਹਾਨੂੰ ਜਿਹੜੀਆਂ ਆਪਸ਼ਨਸ ਹੈ ਅਸੀਂ ਦੇ ਰਹੇ ਹਾਂ। ਫਿਰ ਇਸ ਤੋਂ ਬਾਅਦ 'ਚੋਂ ਅਗਲਾ ਮੈਂ ਤੁਹਾਨੂੰ ਇੱਕ ਚੀਜ਼ ਫਿਰ ਦੁਬਾਰਾ ਸਮਝਾ ਦਿੰਦਾ ਕਿ ਅਗਰ ਤੁਹਾਡੇ ਜਿਹੜੇ ਘੱਟ ਫੀਸ ਵਾਲੇ ਕਾਲਜਸ 'ਚ ਜਾਣਾ ਤੇ ਤੁਹਾਡੀ ਪ੍ਰੋਫਾਈਲ ਬਹੁਤ ਅੱਛੀ ਹੋਣੀ ਚਾਹੀਦੀ, ਤਾਂ ਕਿ ਵੀਜ਼ਾ ਸਿਕਿਉਰਿਟੀ ਤੁਹਾਡੀ ਕਲੋਜ਼ ਹੋ ਜਾਏ। ਜਦੋਂ ਤੁਸੀਂ ਆਪਣੇ ਆਪ ਨੂੰ ਅਸੈਸ ਆਪ ਹੀ ਕਰ ਲਓ। ਜਦੋਂ ਹੁਣ ਮੇਰੇ ਕੋਲ ਇੱਕ ਬੱਚਾ ਫੋਨ ਕਰ ਰਿਹਾ, ਉਹ ਕਹਿ ਰਿਹਾ ਕਿ ਮੇਰੇ ਓਵਰਆਲ 6 ਹੈ ਜੀ, 2 ਚੋਂ 5.5 ਹੈ, ਤੇ ਮੈਂ ਉਹਨੂੰ ਕਹਿੰਦਾ ਕਿ ਠੀਕ ਹੈ ਯਾਰ, ਤੂੰ ਪ੍ਰਾਈਵੇਟ ਕਾਲਜ ਜਿਹੜਾ ਹੈਗਾ, ਤੂੰ ਕਿਉਂ ਪ੍ਰਾਈਵੇਟ ਕਾਲਜ ਲੈਣਾ ਚਾਹੁੰਦਾ? ਸਰ ਉਹ ਖਰਚਾ ਘੱਟ ਹੈ।
ਜਾਂ ਜੇ ਅਵੇਲੇਬਲ ਹੈਗਾ ਘੱਟ ਖਰਚੇ ਵਾਲਾ ਕਾਲਜ ਤੇ ਅਸੀਂ ਉਹੀ ਕਰ ਲੈਂਦੇ ਨਹੀਂ। ਅਗਰ ਤੇ ਤੁਹਾਨੂੰ ਵੀਜ਼ੇ ਦੀ ਆਪਾਂ ਲਾਗੇ ਛਾਗੇ ਪਹੁੰਚਣਾ ਹੈਗਾ ਤੇ ਜਦੋਂ ਤੁਹਾਡੀ ਪ੍ਰੋਫਾਈਲ ਵੀਕ ਹੈ ਤੇ ਤੁਹਾਡਾ ਕਾਲਜ ਬਹੁਤ ਵਧੀਆ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਅਸੈਪਟ ਕਰ ਰਿਹਾ। ਤੇ ਮੈਂ ਗਵਰਨਮੈਂਟ ਕਾਲਜ ਦੀਆਂ ਆਫਰ ਲੈਟਰਾਂ ਆਲਰੇਡੀ ਲੈ ਚੁੱਕਾ, ਆਲਰੇਡੀ ਸਟੂਡੈਂਟ ਨੂੰ ਦੇ ਚੁੱਕਾ, ਜਿਨ੍ਹਾਂ ਦੇ ਵਿੱਚ ਓਵਰਆਲ 6 ਤੇ 2 ਚੋਂ 5.5 ਬੈਂਡ ਸੀਗੇ। ਤੇ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਆਲਰੇਡੀ ਸੀਟਾਂ ਬਹੁਤ ਭਰ ਚੁੱਕੀਆਂ। ਜਿਹੜੇ ਤੁਸੀਂ ਗਵਰਨਮੈਂਟ ਕਾਲਜਸ ਚਾਹੁੰਦੇ ਹੋ ਜਾ ਕੇ ਤੁਹਾਡਾ ਵੀਜ਼ਾ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਤੁਹਾਨੂੰ ਸਿਓਰਿਟੀ ਮਿਲੇ। ਜਿਹੜੇ ਬੱਚੇ ਪ੍ਰਾਈਵੇਟ ਕਾਲਜ 'ਚ ਘੱਟ ਫੀਸ ਦੇ ਵਿੱਚ ਉਹ ਬੱਚੇ ਜਾਣ ਜਿਨ੍ਹਾਂ ਦੀ ਪ੍ਰੋਫਾਈਲ ਬਹੁਤ ਵਧੀਆ ਹੈਗੀ ਆ, ਓਵਰਆਲ 6 ਆ, ਕਿਸੇ ਇੱਕ ਚੋਂ 5.5 ਹੈਗੇ ਜਾਂ ਓਵਰ ਈਚ ਹੀ 6 ਹੈਗੇ ਆ, ਉਹਨਾਂ ਦੇ ਲਈ ਸਾਡੇ ਕੋਲ ਆਪਸ਼ਨ ਹੈਗੀ ਆ 2 ਲੱਖ 4 ਲੱਖ ਤੇ 5 ਲੱਖ ਜਿਹੜੀ ਹੈਗੀ ਸਾਲ ਦੀ ਫੀਸ ਇਹਦੇ ਵਿੱਚ। ਕਿਉਂਕਿ ਨਾਰਮਲ ਜਿਹੜੇ ਸਰਕਾਰੀ ਕਾਲਜ ਉੱਥੇ 7-7.5 ਲੱਖ ਦੇ ਆਸ-ਪਾਸ ਫੀਸ ਹੈ ਸਾਲ ਦੀ ਫੀਸ ਤੇ ਸਾਨੂੰ ਪਤਾ ਬੱਚਿਆਂ ਨੂੰ ਦੇਣੀ ਪੈਂਦੀ। ਕਈ ਕਾਲਜਸ ਕਈ ਥਾਂ ਤੇ ਅਸੀਂ ਆਪਸ਼ਨ ਦੇ ਰਹੇ ਹਾਂ ਕਿ ਫੀਸ ਆਫਟਰ ਵੀਜ਼ਾ ਵੀ ਤੁਸੀਂ ਸਾਨੂੰ ਪੇ ਕਰ ਸਕਦੇ ਹੋ। ਹੁਣ ਉਹ ਬੱਚਿਆਂ ਦੀ ਗੱਲ ਕਰਦੇ ਹਾਂ। ਪਹਿਲਾਂ ਸਟੂਡੈਂਟ ਵੀਜ਼ਾ ਸ਼ੁਰੂ ਕੀਤਾ, ਮੈਂ ਸਟੂਡੈਂਟ ਵੀਜ਼ਾ ਨੂੰ ਖਤਮ ਕਰ ਦਿੰਦਾ, ਫਿਰ ਮੈਂ PR ਤੱਕ ਆਊਂਗਾ। ਕੈਨੇਡਾ PR ਦੀ ਗੱਲ ਕਰਾਂਗੇ, UK PR ਦੀ ਗੱਲ ਕਰਾਂਗੇ ਅੱਜ ਇਸੇ ਲਾਈਵ ਦੇ ਵਿੱਚ। ਇਸ ਤੋਂ ਬਾਅਦ ਚੋਂ ਨੈਕਸਟ ਗੱਲ ਹੈਗੀ ਆ ਕਿ ਤੁਹਾਡੇ ਕੋਲ IELTS ਹੈ ਨਹੀਂ ਗੀ। ਫਿਰ ਮੈਂ ਲਾਸਟ ਤੁਹਾਡੇ ਲਾਈਵ ਦੇ ਵਿੱਚ, ਮੈਂ ਆਪਣੇ ਲਾਈਵ ਦੇ ਵਿੱਚ ਲਾਸਟ ਵੀ ਦੱਸਿਆ ਸੀ ਕਿ ਅਗਰ ਤੁਹਾਡੇ ਕੋਲ IELTS ਨਹੀਂ ਹੈਗੀ ਉਹਦੀਆਂ ਵੀ ਆਪਸ਼ਨਸ ਇਸ ਵੇਲੇ ਦਿੱਤੀਆਂ, ਉਹਦੇ ਰਿਜ਼ਲਟ ਵੀ ਤੁਹਾਨੂੰ ਸੋਲੂਸ਼ਨ ਉਹਦਾ ਵੀ ਦਿੱਤਾ ਹੋਇਆ ਮੈਂ। ਕੈਨੇਡਾ ਜਿਹੜਾ IELTS ਹੈਗੀ IDP ਔਰ ਬ੍ਰਿਟਿਸ਼ ਕਾਉਂਸਲ ਦੇ ਆਰ ਰੈਡੀ ਟੂ ਡੂ ਐਗਜ਼ਾਮਸ ਇਨ ਦਿੱਲੀ ਦੇ ਵਿੱਚ ਉਹ ਐਗਜ਼ਾਮ ਉਹਨਾਂ ਦੇ ਸਟਾਰਟ ਹੋ ਰਹੇ ਆ ਜੂਨ ਦੇ ਵਿੱਚ। ਉਹਨਾਂ ਨੂੰ ਪਰਮਿਸ਼ਨ ਮਿਲ ਗਈ ਹੈ ਐਗਜ਼ਾਮੀਨੇਸ਼ਨ ਲੈਣ ਦੀ। ਉਹਨਾਂ ਨਾਲ ਮੇਰੀ ਪਰਸਨਲੀ ਗੱਲ ਹੋਈ, ਉਹ ਕਹਿੰਦੇ 30 ਮਈ ਤੋਂ ਬਾਅਦ ਚੋਂ ਸਾਨੂੰ ਪਰਮਿਸ਼ਨ ਹੋ ਸਕਦਾ ਪੰਜਾਬ ਦੀ ਵੀ ਮਿਲ ਜਾਵੇ ਵਿਦ ਸਮ ਰੈਸਟ੍ਰਿਕਸ਼ਨਸ ਕਿ ਜਿਹੜੇ ਬੱਚੇ ਹੈਗੇ ਆ। ਇੱਕ ਕੁਐਸਚਨ ਆ ਗਿਆ, ਮੈਂ ਉਹਨੂੰ ਸਤਵੀਰ ਜੀ ਲੈਣਾ ਤੁਹਾਡਾ ਕੁਐਸਚਨ, ਮੇਰੀ ਗੱਲ ਖਤਮ ਹੋ ਲੈਣ ਦਿਓ। ਜਿਹੜੇ ਬੱਚੇ ਪੰਜਾਬ ਦੇ ਵਿੱਚ IELTS ਦਾ ਐਗਜ਼ਾਮ ਭਰਨਾ ਚਾਹੁੰਦੇ ਆ ਦੇ ਸ਼ੁੱਡ ਗੋ। ਉਹਨਾਂ ਨੂੰ ਜਿਹੜੀ ਹੈਗੀ ਡੇਟ ਜੂਨ ਦੀ ਜੁਲਾਈ ਦੀ ਜਿਹੜੀ ਮਿਲਦੀ ਉਹ ਲੈ ਲੈਣੀ ਚਾਹੀਦੀ ਹੈ। IELTS ਵਾਲੇ ਬੰਦੇ IELTS ਦੀਆਂ IDP ਔਰ ਬ੍ਰਿਟਿਸ਼ ਕਾਉਂਸਲ ਦੋਨੋਂ ਜੀ ਜਾਨ ਦੇ ਨਾਲ ਲੱਗੇ ਹੋਏ ਐਗਜ਼ਾਮ ਇਹਨੂੰ ਰਿਕਵਰ ਕਰਨ ਲਈ ਗਵਰਨਮੈਂਟ ਨਾਲ ਗੱਲ ਕਰਦੇ ਪਏ ਆ ਕਿ ਅਗਰ ਤੁਸੀਂ ਘੱਟ ਕਪੈਸਿਟੀ, ਕਿਉਂਕਿ ਪਹਿਲਾਂ ਹਜ਼ਾਰ ਬੱਚਾ ਬੈਠਦਾ ਸੀ ਐਗਜ਼ਾਮ ਦੇ ਵਿੱਚ, ਤੇ ਹੁਣ ਉਹ 100 ਜਾਂ 50 ਬੱਚੇ ਬੈਠਣ ਦੀ ਕਪੈਸਿਟੀ ਦੇ ਨਾਲ ਉਹ ਆਰਡਰ ਦੇਣਗੇ ਗਵਰਨਮੈਂਟ ਵਾਲੇ ਉਹਨਾਂ ਨੂੰ। ਤੇ ਉਹ ਉਹਨਾਂ ਨਾਲ ਵੀ ਰੈਡੀ ਹੈਗੇ। ਉਹ ਕਹਿੰਦੇ ਅਸੀਂ ਉਹਨੇ ਵੈਨਿਊ ਅਸੀਂ ਵਧਾ ਲੈਣੇ। ਉਹਨੇ ਅਗਰ ਸ਼ਹਿਰ ਦੇ ਵਿੱਚ ਇੱਕ ਥਾਂ ਤੇ ਐਗਜ਼ਾਮ ਹੁੰਦਾ ਸੀ, ਹੁਣ 10 ਥਾਂ ਤੇ ਐਗਜ਼ਾਮ ਹੋ ਜਾਏਗਾ, ਜਿਹਦੇ ਨਾਲ ਕੀ ਹੈ ਰਸ਼ ਆਟੋਮੈਟਿਕਲੀ ਘੱਟ ਜਾਏਗਾ। ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਹੈ ਸਾਰੀ। ਜਿੱਦਣ ਪਰਮਿਸ਼ਨ ਮਿਲੀ ਉਦੋਂ ਤੋਂ ਈਵਨ ਦੇ ਆਰ ਰੈਡੀ ਕਿ ਉਹ ਮਹੀਨੇ ਦੇ 3 ਜਾਂ 4 ਦਿਨ ਐਗਜ਼ਾਮ ਹੁੰਦੇ ਸੀ, ਉਹ ਮਹੀਨੇ ਦੇ 10 ਦਿਨ ਐਗਜ਼ਾਮ ਕਰ ਦੇਣਗੇ, ਮਹੀਨੇ ਦੇ 20 ਦਿਨ ਐਗਜ਼ਾਮ ਕਰ ਦੇਣਗੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਰਸ਼ ਰਿਕਵਰ ਹੋ ਜਾਏ। ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪਿਛਲਾ ਬੈਕਲੌਗ ਹੈਗਾ, ਜਿਹੜੇ ਬੱਚੇ IELTS ਕਰਨਾ ਚਾਹੁੰਦੇ ਆ, ਬੀ ਪ੍ਰੀਪੇਅਰ ਦੋਸਤੋ, ਪ੍ਰੀਪੇਅਰ ਹੋ ਜਾਓ। ਜੂਨ ਦੇ ਵਿੱਚ ਤੁਹਾਨੂੰ IELTS ਦੀਆਂ ਡੇਟਾਂ ਮਿਲਣੀਆਂ ਸਟਾਰਟ ਹੋ ਜਾਣਗੀਆਂ। IDP ਐਂਡ ਬ੍ਰਿਟਿਸ਼ ਕਾਉਂਸਲ ਦੋਨੋਂ ਪ੍ਰੀਪੇਅਰ ਹੈਗੇ ਆ। ਜਿੱਦਾਂ ਹੀ ਉਹਨਾਂ ਨੂੰ ਗਵਰਨਮੈਂਟ ਨੂੰ ਉਹਨਾਂ ਨੂੰ ਮਿਲਿਆ ਕਿ ਉਹ ਲੈ ਸਕਦੇ ਆ, ਉਹਨਾਂ ਨੂੰ ਬਿਲਕੁਲ ਤਿਆਰੀ ਹੈਗੀ ਆ। ਪਹਿਲਾਂ ਮਹੀਨੇ 'ਚ 4 ਦਿਨ ਐਗਜ਼ਾਮ ਹੁੰਦੇ ਸੀ, ਹੁਣ ਮਹੀਨੇ 'ਚ ਉਹ 10 ਦਿਨ ਜਾਂ 20 ਦਿਨ ਵੀ ਐਗਜ਼ਾਮ ਲੈਣ ਨੂੰ ਤਿਆਰ ਬੈਠੇ ਆ। ਉਹ ਕਹਿੰਦੇ ਆ ਕਿ ਸਾਨੂੰ ਇੱਕ ਵਾਰੀ ਸਰਕਾਰ ਹਾਂ ਕਰ ਦੇਵੇ ਕਿ ਠੀਕ ਹੈ ਜੀ ਤੁਸੀਂ ਐਗਜ਼ਾਮ ਲੈ ਸਕਦੇ ਹੋ। ਇੱਕ ਕਾਲ ਆ ਗਈ ਸੀ, ਸੌਰੀ। ਫਿਰ ਉਹ ਕਹਿੰਦੇ ਆ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਇਸ ਚੀਜ਼ ਨੂੰ ਲੈ ਕੇ ਅਸੀਂ ਪ੍ਰੀਪੇਅਰ ਹੈਗੇ ਕਿ ਅਗਰ ਵੈਨਿਊ ਵੀ ਅਸੀਂ ਜ਼ਿਆਦਾ ਲੈ ਕੇ ਚੱਲਣੇ ਆ, 10 ਵੈਨਿਊ ਇੱਕ ਸ਼ਹਿਰ ਦੇ ਵਿੱਚ ਵੀ ਰੱਖਣੇ, ਤੇ ਅਸੀਂ ਉਹ ਵੀ ਤਿਆਰ ਬੈਠੇ ਹੋਏ ਹਾਂ। ਹੁਣ ਜਦੋਂ ਅਸੀਂ ਗੱਲ ਕਰਦੇ ਪਏ ਹਾਂ, ਸਤਵੀਰ ਹੋਣਾ ਦਾ ਕੁਐਸਚਨ ਆ ਗਿਆ, ਸ਼ੁਡ ਆਈ ਗੋ ਅਹੈਡ ਵਿਦ ਪਬਲਿਕ ਕਾਲਜ ਔਰ ਪਬਲਿਕ ਯੂਨੀਵਰਸਿਟੀ ਫॉर ਗੈਟਿੰਗ ਹਾਈ ਵੀਜ਼ਾ ਸਕਸੈਸ ਰੇਟ ਵਿਦ 6 ਓਵਰਆਲ ਬੈਂਡ ਇਨ PG ਪ੍ਰੋਗਰਾਮ। 6 ਓਵਰਆਲ ਬੈਂਡ PG ਪ੍ਰੋਗਰਾਮ 5.5 in 1 ਸੈਸ਼ਨ। ਅਸੀਂ ਤੁਹਾਨੂੰ ਆਪਸ਼ਨ ਦੇ ਸਕਦੇ ਹਾਂ ਪਬਲਿਕ ਯੂਨੀਵਰਸਿਟੀ ਦਾ, ਪਬਲਿਕ ਗਵਰਨਮੈਂਟ, ਪਬਲਿਕ ਕਾਲਜਸ ਦਾ। ਮੌਂਟਰੀਅਲ ਦੇ ਵਿੱਚ ਵੀ, ਟੋਰਾਂਟੋ ਦੇ ਵਿੱਚ ਵੀ ਅਗਰ ਤੁਸੀਂ ਸਾਨੂੰ ਡਾਕੂਮੈਂਟ ਆਪਣੇ ਸ਼ੇਅਰ ਕਰ ਦਿਓ ਤੇ ਤੁਹਾਨੂੰ ਜਿਹੜੀ ਆਫਰ ਲੈਟਰ ਹੈ ਸਰਕਾਰੀ ਕਾਲਜ, ਸਰਕਾਰੀ ਯੂਨੀਵਰਸਿਟੀ ਤੋਂ ਟੋਰਾਂਟੋ ਵੀ ਤੇ ਵੈਨਕੂਵਰ ਵਾਲੀ ਸਾਈਡ ਤੇ ਵੀ ਤੁਹਾਨੂੰ ਮਿਲ ਜਾਏਗੀ। ਅਗਰ ਤੁਸੀਂ ਮੌਂਟਰੀਅਲ 'ਚ ਵੀ ਜਾਣਾ ਚਾਹੁੰਦੇ ਆ, ਮੌਂਟਰੀਅਲ ਦੇ ਬੈਨੀਫਿਟ ਸਪੈਸ਼ਲ ਹੈ। ਕਿਊਬੈਕ ਗਵਰਨਮੈਂਟ ਨੇ ਅੱਜ ਵੀ ਜਿਹੜੀ ਅਨਾਉਂਸਮੈਂਟ ਦਿੱਤੀ ਹੈਗੀ ਆ ਕਿ ਜਿਹੜੇ ਬੱਚੇ ਸਾਡੇ ਕੋਲ ਆ ਰਹੇ ਆ, ਅਗਰ ਉਹ ਪਾਰਟ ਟਾਈਮ ਦੇ ਵਿੱਚ ਵੀ ਕਲਾਸਿਸ ਪੂਰੀਆਂ ਕਰਨਗੇ ਤੇ ਅਸੀਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਕਰਾਂਗੇ। ਅਗਰ ਉਹ ਘਰ ਬੈਠ ਕੇ ਵੀ ਆਨਲਾਈਨ ਕਲਾਸਿਸ ਵੀ ਲੈਂਦੇ ਆ ਉੱਥੇ ਬੈਠ ਕੇ, ਕਿਉਂਕਿ ਸਾਰੇ ਕਾਲਜਸ ਮਈ ਇਨਟੇਕ ਜਿਹੜਾ ਹੈਗਾ ਉਹ ਸਟਾਰਟ ਹੋ ਗਿਆ। ਅਗਰ ਉਹ ਮਈ ਇਨਟੇਕ ਦੇ ਵਿੱਚ ਇੰਡੀਆ ਦੇ ਵਿੱਚ ਵੀ ਰਹਿ ਗਏ ਆ ਤੇ ਤਾਂ ਇੰਡੀਆ ਤੋਂ ਵੀ ਕਲਾਸਿਸ ਲੈਣਗੇ ਤੇ ਉਹ ਉੱਥੇ ਜਦੋਂ ਜਾਣਗੇ ਤੇ ਉਹਨਾਂ ਵਿੱਚ ਅਸੀਂ ਤੁਹਾਨੂੰ ਵਰਕ ਪਰਮਿਟ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਕਰਾਂਗੇ, ਵਰਕ ਪਰਮਿਟ ਤੁਹਾਨੂੰ ਮਿਲੇਗਾ। ਕਿਊਬੈਕ ਸਰਕਾਰ ਬਾਕੀ ਟੋਰਾਂਟੋ ਜਾਂ ਬਾਕੀ ਸਰਕਾਰਾਂ ਨਾਲੋਂ ਸਟੂਡੈਂਟਸ ਦੇ ਲਈ ਐਕਸਟਰਾ ਸੋਚ ਰੱਖਦੀ ਹੈ। ਉਹ ਜ਼ਿਆਦਾ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਜਿਹੜੀ ਇਕੋਨਮੀ ਹੈ 20% ਇਕੋਨਮੀ ਕਿਊਬੈਕ ਗਵਰਨਮੈਂਟ ਦੀ ਉਹ ਇਸ ਸਟੂਡੈਂਟ ਵੀਜ਼ਾ ਦੇ ਉੱਤੇ
ਟਿਕੀ ਹੋਈ ਆ। ਔਰ ਸਟੂਡੈਂਟ ਵੀਜ਼ਾ ਪਿਛਲੇ ਕੁਝ 1-2 ਸਾਲਾਂ ਤੋਂ ਮੌਂਟਰੀਅਲ ਦੇ ਵਿੱਚ ਜਾਂ ਕਿਊਬੈਕ ਦੇ ਵਿੱਚ ਬੱਚਿਆਂ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ। ਇਸੇ ਕਰਕੇ ਮੈਂ ਤੁਹਾਨੂੰ ਦੱਸ ਰਿਹਾ, ਕਿਊਬੈਕ ਦੇ ਵਿੱਚ ਸਾਡੇ ਕੋਲ 3.5 ਲੱਖ ਵਾਲਾ ਕਾਲਜ ਵੀ ਹੈਗਾ, ਕਿਊਬੈਕ ਦੇ ਵਿੱਚ ਓਵਰਆਲ 6, 2 ਚੋਂ 5.5 ਹੈਗੇ ਆ, ਇਦਾਂ ਦੇ ਕਾਲਜ ਵੀ ਹੈਗੇ। ਸਾਰਿਆਂ 'ਚ ਪੋਸਟ ਸਟੱਡੀ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ। ਸੋ ਅਗਲਾ ਕੁਐਸਚਨ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਅੱਜ ਕੈਨੇਡਾ PR ਬਾਰੇ ਵੀ ਗੱਲ ਕਰਾਂਗੇ। ਕੈਨੇਡਾ ਦੇ ਬਹੁਤ ਵਧੀਆ ਇਸ ਵੇਲੇ ਰਿਜ਼ਲਟ ਜਿਹੜੇ ਲਾਸਟ ਮੇਰਾ ਲਾਈਵ ਦੇਖ ਲਓ ਤੇ ਅੱਜ ਦਾ ਲਾਈਵ ਦੇਖ ਲਓ। ਲਾਸਟ ਲਾਈਵ ਦੇ ਵਿੱਚ ਮੈਂ ਦੱਸਿਆ ਸੀ ਕਿ 447 ਜਿਹੜਾ PR ਦਾ ਡਰਾ ਨਿਕਲਿਆ ਹੈਗਾ, ਔਰ ਅਗਲੇ ਬੁੱਧਵਾਰ ਜਿਹੜਾ ਡਰਾ ਨਿਕਲੇਗਾ ਉਹ ਤੋਂ ਘੱਟ ਨਿਕਲੇਗਾ। ਔਰ ਡੈਫੀਨੇਟਲੀ ਆ 7 ਪੁਆਇੰਟ ਜਿਹੜੇ ਘੱਟ ਹੋਏ ਆ। 7 ਪੁਆਇੰਟ ਘੱਟ ਹੋਣ ਦੇ ਨਾਲ ਜਿਹੜੀ ਮੈਂ ਇਹਨੂੰ ਫਿਰ ਦੱਸਿਆ ਸੀਗਾ, ਇਹਨੂੰ ਡਰਾ ਨਾ ਸਮਝਿਆ ਕਰੋ, ਇਹਨੂੰ ਇਹ ਚੀਜ਼ ਨਾ ਦੇਖ ਲਓ ਕਿ ਇਹ ਡਰਾ ਹੈਗਾ। 3515 ITA ਇਸ਼ੂ ਕਰਤੇ ਉਹਨਾਂ ਨੇ। ਜਿਹੜਾ ਕੱਲ ਡਰਾ ਨਿਕਲਿਆ ਐਕਸਪ੍ਰੈਸ ਐਂਟਰੀ ਦਾ 440 ਪੁਆਇੰਟ ਦੇ ਉੱਤੇ, ਉਹਨਾਂ ਨੇ 3515 ITA ਇਸ਼ੂ ਕੀਤੇ ਆ। ਉਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ 3000 ਤੋਂ ਲੈ ਕੇ 3500 ਦੇ ਵਿੱਚ ਉਹਨਾਂ ਨੇ ਆਪਣਾ ਰੇਸ਼ੋ ਰੱਖਿਆ ਹੋਇਆ ਸਟੂਡੈਂਟ ਜਿਨ੍ਹਾਂ ਨੂੰ PR ਦੇਣੀ ਆ। ਸੋ ਇਹ ਉਹਨਾਂ ਨੇ 3500 ਜਦੋਂ ਚੱਕਣਾ ਤਾਂ ਉੱਥੇ ਦੇਖਣਾ ਕਿ 440। ਔਰ ਮੇਰੀ ਗਰੰਟੀ ਹੈ, ਫੋਰ ਸ਼ੋਰ ਹੈ ਕਿ ਜਿਹੜੇ ਬੱਚੇ ਐਕਸਪ੍ਰੈਸ ਐਂਟਰੀ ਲਈ ਅਪਲਾਈ ਕਰਨਾ ਚਾਹੁੰਦੇ, ਦਿਸ ਇਜ਼ ਦਾ ਰਾਈਟ ਟਾਈਮ। ਜਿਨ੍ਹਾਂ ਦੇ ਕੋਲ ਪਿਛਲੀ ਵਾਰੀ 470-72 'ਚ ਜਦੋਂ PR ਪੁਆਇੰਟ ਚੱਲ ਗਏ ਸੀ ਤੇ ਉਹ 470-72 'ਤੇ ਉਹ ਬੱਚੇ ਜਿਹੜੇ 435, 40, 50 ਓਵਰਆਲ ਜਿਹੜੇ ਹੈਗੇ 788 ਬੈਂਡ 8777 ਬੈਂਡ ਹੋਣ ਦੇ ਬਾਵਜੂਦ, ਅੱਛਾ ਐਕਸਪੀਰੀਅੰਸ ਹੋਣ ਦੇ ਬਾਵਜੂਦ, ਅੱਛੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ ਉਹ ਜਿਹੜੇ ਸਟੂਡੈਂਟ ਸੀਗੇ, ਉਹ ਜਿਹੜੇ ਪਰਿਵਾਰ ਸੀ ਆਪਣਾ PR ਨਹੀਂ ਅਪਲਾਈ ਕਰ ਪਾਏ, ਉਹ ਸਾਰੇ ਹੁਣ ਅਪਲਾਈ ਕਰ ਦੇਣਾ ਚਾਹੀਦਾ। ਸਾਡੀ ਸਰਵਿਸਿਜ਼ ਚਾਹੀਦੀਆਂ। ਸੈਂਡ ਅਸ ਦਾ ਰਿਜ਼ਿਊਮ, ਅਸੀਂ ਤੁਹਾਨੂੰ ਅਸੈਸ ਕਰਕੇ ਤੁਹਾਨੂੰ ਜਿਹੜਾ ਰਿਪਲਾਈ ਬੈਕ ਕਰ ਦਾਂਗੇ ਵਿਦ ਤੁਹਾਡੇ ਜਿਹੜੇ ਕੀ ਸਕੋਰ ਮਿਲਦੇ ਪਏ ਆ, ਕੀ ਸਕੋਰਸ ਬਣਦੇ ਪਏ, ਕਿਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ, ਕਿਹੜੇ ਡਾਕੂਮੈਂਟੇਸ਼ਨ ਚਾਹੀਦੇ ਆ। ਸੋ better that this is the right time to apply the Canada permanent residency with the express entry। ਅਗਲੇ ਹਫਤੇ ਅਗਲੇ ਜਿਹੜੇ ਫੋਰਨਾਈਟਲੀ ਜਿਹੜਾ ਡਰਾ ਨਿਕਲੇਗਾ ਉਹਦੇ ਵਿੱਚ ਇਹ 440 ਤੋਂ ਵੀ ਘਟੇਗਾ। that will be around 430 432। ਮੇਰੀ ਅੱਜ ਇਹਨੂੰ ਨੋਟ ਕਰ ਲਓ, ਇਹ ਜਿਹੜਾ ਅਗਲਾ ਡਰਾ ਹੈਗਾ 430-32 ਦੇ ਆਸ-ਪਾਸ ਜਾਏਗਾ। ਤੇ ਜਿਹੜੇ ਮੇਰੇ ਦੋਸਤ ਇਸ ਫੀਲਡ ਦੇ ਵਿੱਚ ਆਉਂਦੇ ਆ, ਇਸ ਪਰਸੈਂਟੇਜ ਦੇ ਵਿੱਚ ਆਉਂਦੇ, ਦੇ ਸ਼ੁੱਡ ਅਪਲਾਈ ਐਜ਼ ਸੂਨ ਐਜ਼ ਪੋਸੀਬਲ ਸੋ ਦੈਟ ਕਿ ਉਹ ਜਿਹੜੇ ਹੈਗੇ ਆ ਅਗਲੇ ਡਰਾ ਤੋਂ ਪਹਿਲਾਂ ਤੁਹਾਨੂੰ ITA ਜਿਹੜਾ ਹੈਗਾ ਉਹ ਮਿਲ ਜੇ। ਫਿਰ ਇਹਦੇ ਵਿੱਚ PNP ਦੇ ਵਿੱਚ ਸਸਕੈਚੁਅਨ ਨੇ ਜਿਹੜਾ ਡਰਾ ਕੱਢਿਆ ਪਿੱਛੇ ਜੇ ਆਉਣ ਵਾਲੇ ਜਿਹੜੇ PNP ਦੇ ਵਿੱਚ ਵੀ ਅਪਲਾਈ ਕਰਨਾ ਚਾਹੁੰਦੇ ਆ। ਸਸਕੈਚੁਅਨ ਇਸ ਤੋਂ ਪਹਿਲਾਂ 27 ਤਰੀਕ ਨੂੰ ਡਰਾ ਨਿਕਲਿਆ PNPs ਦਾ ਐਕਸਪ੍ਰੈਸ ਐਂਟਰੀ ਦੇ ਵਿੱਚ, ਉਹਦੇ ਵਿੱਚ ਵੀ ਇਹਦੇ ਵਿੱਚ ਇਹ ਵੀ ਬਹੁਤ ਬੈਨੀਫੀਸ਼ੀਅਲ ਹੈ। ਕੈਨੇਡਾ ਐਕਸਪੀਰੀਅੰਸ ਕਲਾਸ ਜਿਹੜੀ ਹੈਗੀ ਆ, ਜਿਨ੍ਹਾਂ ਕੋਲ ਕੈਨੇਡਾ ਵਰਕ ਐਕਸਪੀਰੀਅੰਸ ਹੈਗਾ, ਅਗਰ ਉਹ ਕੈਨੇਡਾ ਦੇ ਵਿੱਚ ਪੜ੍ਹਨ ਜਾਂਦੇ, ਜਿਹੜੇ ਸਪਾਊਸ ਜਾ ਰਹੇ ਕੈਨੇਡਾ ਦੇ ਵਿੱਚ ਇਸ ਵੇਲੇ, ਅਗਰ ਉਹਨਾਂ ਦੇ ਲਈ ਅਗਰ ਉਹਨਾਂ ਦਾ ਮੇਨ ਐਪਲੀਕੈਂਟ ਜਿਹੜਾ ਹੈਗਾ, ਅਗਰ ਉਹ ਸਟੂਡੈਂਟ ਜਿਹੜਾ ਮੇਨ ਐਪਲੀਕੈਂਟ ਸਟੂਡੈਂਟ ਐਜ਼ ਏ ਸਟੂਡੈਂਟ ਗਿਆ ਹੋਇਆ, ਅਗਰ ਉਹਦੇ ਕੋਲ ਅੱਛਾ ਐਕਸਪੀਰੀਅੰਸ ਨਹੀਂ ਮਿਲਦਾ ਤੇ ਜਿਹੜੇ ਬੱਚੇ ਇਸ ਵੇਲੇ ਉਹਨਾਂ ਨਾਲ ਸਪਾਊਸ ਜਾ ਰਹੇ, ਅਗਰ ਉਹ 1 ਜਾਂ 2 ਸਾਲ ਦੇ ਵਿੱਚ ਆਪਣਾ ਵਰਕ ਐਕਸਪੀਰੀਅੰਸ ਪੂਰਾ ਕਰ ਲੈਂਦੇ ਆ, ਉਹ ਵੀ ਆਪਣਾ ਕੈਨੇਡੀਅਨ ਵਰਕ ਐਕਸਪੀਰੀਅੰਸ ਕਲਾਸ ਦੇ ਵਿੱਚ ਉਹ ਆਪਣਾ ਕੈਨੇਡਾ ਦੇ ਵਿੱਚ PR ਲੈ ਸਕਦੇ। ਅਗਰ ਇਸ ਤਰ੍ਹਾਂ ਦੀ ਵੀ ਕੈਟਾਗਰੀ ਤੁਹਾਡੇ ਵਿੱਚ ਹੈਗੀ ਆ, ਕੋਈ ਕੈਨੇਡਾ ਤੋਂ ਮੇਰਾ ਦੋਸਤ ਦੇਖ ਰਿਹਾ ਪ੍ਰੋਗਰਾਮ ਤੇ ਜਾਂ ਇੰਡੀਆ ਤੋਂ ਦੇਖ ਰਿਹਾ, ਜਾਂ ਜਿਹੜਾ ਕੋਈ ਭੈਣ ਭਰਾ ਕੈਨੇਡਾ ਗਿਆ ਹੋਇਆ, ਐਕਸਪੀਰੀਅੰਸ ਉਹਦੇ ਕੋਲ ਹੈਗਾ ਸਾਲ ਦਾ, ਉਹ ਕੈਨੇਡਾ ਐਕਸਪੀਰੀਅੰਸ ਦੇ ਬੇਸ ਦੇ ਵਿੱਚ ਅਗਰ ਉਹ PR ਲਾਉਣਾ ਚਾਹੁੰਦਾ ਤੇ ਉਹ ਸਾਨੂੰ ਸੰਪਰਕ ਕਰ ਸਕਦਾ। ਤੁਹਾਨੂੰ ਇਹ ਸਾਰੀਆਂ ਸਰਵਿਸਿਜ਼ ਅਸੀਂ ਇੱਥੇ ਬੈਠ ਕੇ ਆਨਲਾਈਨ, ਕਿਤੇ ਜਾਣ ਦੀ ਲੋੜ ਨਹੀਂ ਹੈ, ਆਨਲਾਈਨ ਤੁਹਾਨੂੰ ਇਹ ਪੰਜਾਬ 'ਚ ਬੈਠ ਕੇ ਈਵਨ ਵੀ ਕੈਨ ਗਿਵ ਯੂ ਦਾ ਸਰਵਿਸਿਜ਼ ਇਨ ਕੈਨੇਡਾ ਇਟਸੈਲਫ। ਅਗਰ ਤੁਹਾਨੂੰ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, ਕੈਨੇਡਾ ਟੋਰਾਂਟੋ ਦੇ ਵਿੱਚ ਸਾਡੇ ਜਿਹੜੇ ਉੱਥੇ ਲਾਇਰਸ ਕੰਮ ਕਰਦੇ ਪਏ, ਅਗਰ ਉਹਨਾਂ ਦਾ ਸੰਪਰਕ ਚਾਹੀਦਾ ਸੀ, ਉਹ ਵੀ ਤੁਹਾਨੂੰ ਦੇ ਸਕਦੇ ਹਾਂ। ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਇਸ ਵੇਲੇ ਗਲੋਬਲੀ ਅਸੀਂ ਕੰਮ ਕਰ ਰਹੇ ਹਾਂ। ਆਸਟ੍ਰੇਲੀਆ ਲਾਇਰ ਸਾਡੇ ਨਾਲ ਕੰਮ ਕਰਦੇ ਪਏ ਆ, ਕੈਨੇਡੀਅਨ ਲਾਇਰ ਕੰਮ ਕਰ ਰਹੇ ਆ, UK ਬੇਸ ਸਾਡਾ ਆਫਿਸ ਸੈਟਅਪ ਹੋ ਰਿਹਾ। ਜਿਹੜੀ ਹਰਨਿਤ ਓਵਰਸੀਜ਼ ਪਾਥਵੇ ਐਜੂਕੇਸ਼ਨ ਹੈ, ਵਿਦਿਨ ਲੋਕਡਾਊਨ ਤੋਂ ਬਾਅਦ 'ਚ ਤੁਹਾਨੂੰ ਮਲਟੀਨੈਸ਼ਨਲ ਕੰਪਨੀ ਦੇ ਰੂਪ ਦੇ ਵਿੱਚ ਸਾਹਮਣੇ ਆਏਗੀ ਤੁਹਾਡੇ ਕਿ ਇਹਦੇ ਜਿਹੜੇ ਆਫਿਸਿਸ ਹੈਗੇ ਆ, ਵੀ ਆਰ ਸੈਟਿੰਗ ਆਫਿਸਿਸ ਇਨ ਆਲ ਓਵਰ ਦਾ ਵਰਲਡ। ਆਸਟ੍ਰੇਲੀਆ, UK, ਕੈਨੇਡਾ, ਦੁਬਈ, ਇੰਡੀਆ ਦੇ ਵਿੱਚ ਅਸੀਂ ਆਲਰੇਡੀ ਬੈਠੇ ਹੋਏ ਹਾਂ। ਹੋਰ ਵੀ ਮੁਲਕਾਂ ਦੇ ਵਿੱਚ ਅਸੀਂ ਸਟਾਰਟ ਕਰਨ ਦੀ ਜਿਹੜੀ ਹੈਗੀ ਹੈ ਸਾਡੀ ਕੋਸ਼ਿਸ਼ ਚੱਲ ਰਹੀ ਹੈ। ਹੁਣ ਅਸੀਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ UK ਸਟੂਡੈਂਟ ਵੀਜ਼ਾ। UK ਸਟੂਡੈਂਟ ਵੀਜ਼ਾ ਦੇ ਵਿੱਚ ਇਸ ਵੇਲੇ ਜਿਹੜੇ ਬੱਚੇ, ਮੈਂ ਫੇਰ ਬਾਰ-ਬਾਰ ਕਹਿ ਦਿੰਦਾ ਕਿ ਜਿਹੜੇ ਬੱਚੇ
ਬੈਚਲਰ ਇੱਥੇ ਕੀਤੀ ਹੋਈ ਆ, ਮਾਸਟਰ ਕਰਨ ਜਾਂਦੇ ਆ, ਜਦੋਂ ਮੈਂ ਕੰਪੈਰੀਜ਼ਨ ਕਰਦਾ ਨਹੀਂ ਚਾਹੁੰਦਾ ਵੈਸੇ ਮੈਂ, ਪਰ ਫਿਰ ਵੀ ਕੰਪੈਰੀਜ਼ਨ ਮੈਨੂੰ ਆਪਣੇ ਮਨ ਦੀ ਤਸੱਲੀ ਲਈ ਮੇਰਾ ਜਿਹੜਾ ਕੰਪੈਰੀਜ਼ਨ ਹੋ ਜਾਂਦਾ ਕਿ ਮਾਸਟਰਸ ਜਿਹੜੀ ਯੂਕੇ ਦੇ ਵਿੱਚ ਹੈਗੀ ਆ ਉਹ ਤੋਂ ਵਧੀਆ ਕੋਈ ਪ੍ਰੋਡਕਟ ਨਹੀਂ ਹੈ ਪੂਰੇ ਦੁਨੀਆ ਦੇ ਵਿੱਚ, ਕਿਉਂਕਿ 1 ਸਾਲ ਦੀ ਮਾਸਟਰਸ ਤੁਹਾਨੂੰ ਸਿਰਫ ਤੇ ਸਿਰਫ ਯੂਕੇ ਦੇ ਵਿੱਚ ਮਿਲਦੀ ਹੈ। ਕੈਨੇਡਾ ਵਿੱਚ ਤੁਸੀਂ ਅਗਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਾ ਤੇ ਤੁਹਾਨੂੰ 2 ਸਾਲ ਦੀ ਉੱਥੇ ਸਟੱਡੀਜ਼ ਕਰਨੀ ਪੈਂਦੀ ਹੈ, ਮਾਸਟਰਸ ਚਾਹੇ ਪੋਸਟ ਗ੍ਰੈਜੂਏਟ ਡਿਪਲੋਮਾ ਚਾਹੇ ਮਾਸਟਰਸ ਕਰਨੀ ਹੈ। ਜਿਹੜੇ ਬੱਚੇ ਬੈਚਲਰ ਲਈ ਕੈਨੇਡਾ ਜਾਂਦੇ ਉਹ 2 ਸਾਲ ਪੜ੍ਹਨਗੇ, 2 ਸਾਲ ਕਈ ਵਾਰੀ ਸਪਾਊਸ ਨੂੰ ਨਾਲ ਨਹੀਂ ਵੀਜ਼ਾ ਮਿਲਦਾ, ਸਪਾਊਸ ਨੂੰ ਜਾਂਦੇ 1 ਸਾਲ ਤੱਕ ਲੱਗ ਜਾਂਦਾ। ਯੂਕੇ ਦੇ ਵਿੱਚ ਸਪਾਊਸ ਜਿਹੜਾ ਹੈਗਾ ਬਿਲਕੁਲ ਤੁਹਾਡੇ ਨਾਲ ਹੀ ਸੇਮ ਟਿਕਟ ਸੇਮ 에ਅਰਪਲੇਨ ਦੇ ਵਿੱਚ ਜਾ ਸਕਦਾ, ਈਵਨ ਤੁਹਾਡਾ ਬੱਚਾ ਵੀ ਹੈਗਾ ਉਹ ਵੀ ਨਾਲ ਜਾ ਸਕਦਾ ਯੂਕੇ ਦੇ ਵਿੱਚ। ਸੋ ਇਹ ਜਿਹੜੀਆਂ ਆਪਸ਼ਨਸ ਯੂਕੇ ਤੁਹਾਨੂੰ ਦਿੰਦਾ ਇਹ ਕੋਈ ਨਹੀਂ ਦਿੰਦਾ। ਯੂਕੇ ਵਿਦਆਊਟ ਆਇਲਸ ਇਸ ਵੇਲੇ ਆਪਸ਼ਨ ਤੁਹਾਨੂੰ ਮਿਲਦੀ ਪਈ ਆ। ਯੂਕੇ ਦੇ ਵਿੱਚ ਬੈਚਲਰ ਤੁਸੀਂ ਜਾਣਾ ਚਾਹੁੰਦੇ ਤਾਂ ਵੀ ਵਿਦਆਊਟ ਆਇਲਸ ਤੁਹਾਨੂੰ ਆਪਸ਼ਨ ਮਿਲਦੀ ਪਈ। ਗੈਪ ਜਿਹੜਾ 4, 5, 6 ਸਾਲ ਤੱਕ ਦਾ ਯੂਨੀਵਰਸਿਟੀਜ਼ ਅਸੈਪਟ ਕਰਦੀਆਂ ਪਈਆਂ ਇਸ ਵੇਲੇ। ਈਵਨ ਕਿ ਯੂਕੇ ਦੇ ਵਿੱਚ ਮੈਂ ਲਾਸਟ ਟਾਈਮ ਵੀ ਤੁਹਾਨੂੰ ਦੱਸਿਆ ਸੀ ਕਿ ਪਰਸੈਂਟੇਜ ਤੁਹਾਡੀ ਵੈਰੀ ਲੋ ਹੈ। ਵੈਰੀ ਲੋ ਦਾ ਮਤਲਬ ਕਿ ਪਹਿਲਾਂ 60% ਸੀ, ਉਸ ਤੋਂ ਵੀ ਥੱਲੇ ਪਰਸੈਂਟੇਜ ਹੈ। 40% ਤੱਕ ਜਿਹੜੇ CBSE ICSE ਸਟੂਡੈਂਟਸ ਹੈਗੇ ਉਹਨਾਂ ਨੂੰ 40% ਤੱਕ ਵੀ ਅਗਰ ਤੁਹਾਡੀ ਪਰਸੈਂਟੇਜ ਹੈ ਤਾਂ ਯੂਕੇ ਦੀ ਯੂਨੀਵਰਸਿਟੀਜ਼ ਤੁਹਾਨੂੰ ਅਸੈਪਟ ਕਰਦੀਆਂ ਪਈਆਂ। ਅਗਰ ਤੁਹਾਡੀ ਪਰਸੈਂਟੇਜ ਪੰਜਾਬ ਬੋਰਡ ਜਾਂ ਹਰਿਆਣਾ ਬੋਰਡ ਜਾਂ ਰਾਜਸਥਾਨ ਬੋਰਡ ਜਿਹੜੀ ਸਟੇਟਸ ਬੋਰਡ ਹੈਗੇ ਆ, ਅਗਰ ਉਹਨਾਂ ਦੇ ਵਿੱਚ ਤੁਹਾਡੀ ਜਿਹੜੀ ਪਰਸੈਂਟੇਜ 50% ਵੀ ਹੈਗੀ ਹੈ ਤਾਂ ਤੁਹਾਨੂੰ ਯੂਕੇ ਦੀਆਂ ਯੂਨੀਵਰਸਿਟੀਜ਼ ਅਸੈਪਟ ਕਰਦੀਆਂ ਪਈਆਂ। ਸੇਮ ਅਗਰ ਮੈਂ ਤੁਹਾਨੂੰ ਗੱਲ ਕਰਦਾ ਪਿਆ ਕਿ ਅਗਰ ਤੁਸੀਂ ਮਾਸਟਰ ਪ੍ਰੋਗਰਾਮ ਲਈ ਜਾ ਰਹੇ ਹੋ, ਤੁਹਾਡੀ ਪਰਸੈਂਟੇਜ ਲੋ ਆ ਇਨ ਬੈਚਲਰ, ਤੁਹਾਡੀ ਪਰਸੈਂਟੇਜ ਲੋ ਆ ਇਨ +2 ਤੇ ਦੈਨ ਤੁਹਾਨੂੰ ਯੂਕੇ ਦੀ ਯੂਨੀਵਰਸਿਟੀਜ਼। ਅੱਜ ਮੈਂ BBC ਦਾ ਦੇਖ ਰਿਹਾ ਪਿਆ ਸੀ, BBC ਦੀ ਇੱਕ ਰਿਪੋਰਟ ਆ ਰਹੀ ਸੀ ਕਿ ਕੋਵਿਡ ਦੇ ਨਾਲ ਜਿਹੜੀਆਂ ਯੂਕੇ ਦੀਆਂ ਯੂਨੀਵਰਸਿਟੀਜ਼ ਦੀ ਜਿਹੜੀ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਘੱਟ ਜਾਣ ਦੇ ਨਾਲ ਜੋ ਉਹਨਾਂ ਨੂੰ ਨੁਕਸਾਨ ਹੋਣਾ ਉਹ ਰਿਕਵਰ ਅਪ ਨਹੀਂ ਹੋ ਸਕਦਾ। ਇਸ ਕਰਕੇ ਯੂਕੇ ਦੀਆਂ ਯੂਨੀਵਰਸਿਟੀਜ਼ ਇਸ ਵੇਲੇ ਸਕਾਲਰਸ਼ਿਪ ਇਸ਼ੂ ਕਰਦੀਆਂ ਪਈਆਂ। ਯੂਕੇ ਦੀਆਂ ਯੂਨੀਵਰਸਿਟੀਜ਼ ਇਸ ਵੇਲੇ ਤੁਹਾਨੂੰ ਲੈਸ ਐਲੀਜੀਬਿਲਟੀ, ਵਿਦਆਊਟ ਇੰਟਰਵਿਊ, ਵਿਦਆਊਟ ਸਾਰੀਆਂ ਚੀਜ਼ਾਂ, ਵਿਦਆਊਟ ਆਇਲਸ ਤੁਹਾਨੂੰ ਐਡਮਿਸ਼ਨ ਦੇ ਰਹੀਆਂ। ਤੇ ਜਿਹੜੇ ਬੱਚੇ ਕੈਨੇਡਾ ਕਿਸੇ ਕਾਰਨ ਕਰਕੇ ਨਹੀਂ ਜਾ ਪਾ ਰਹੇ, ਬਜਟ ਨੂੰ ਲੈ ਕੇ ਜਾਂ ਸਪਾਊਸ ਹੈਗੇ ਨਹੀਂ ਜਾ ਪਾ ਰਹੇ, ਯੂਕੇ ਉਹਨਾਂ ਲਈ ਦੂਸਰੀ ਮੇਜਰ ਜਿਹੜੀ ਸਿਟੀ ਹੈਗੀ ਹੈ। ਕਿਉਂਕਿ ਆਸਟ੍ਰੇਲੀਆ ਨੇ ਹਲੇ ਅਨਾਉਂਸ ਕਰਤਾ ਕਿ ਉਹ ਬਾਰਡਰ ਜਿਹੜੇ ਹਲੇ ਕਲੋਜ਼ ਹੀ ਰੱਖਣਗੇ। ਆਸਟ੍ਰੇਲੀਆ ਬਾਰਡਰ ਨਹੀਂ ਹਲੇ ਲੈ ਕੇ ਆ ਰਿਹਾ, ਬਟ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਜਿਸ ਦਿਨ ਆਸਟ੍ਰੇਲੀਆ ਖੁੱਲ੍ਹੇਗਾ ਤੇ ਆਸਟ੍ਰੇਲੀਆ ਦੀ ਜਿਹੜੀ ਡਿਗਰੀ ਹੈ ਉਹ ਤੁਹਾਨੂੰ ਅਸੀਂ ਉਹਦੀ ਵੀ ਤੁਹਾਨੂੰ ਆਪਸ਼ਨ ਦਿਆਂਗੇ ਫੀਸ ਆਫਟਰ ਵੀਜ਼ਾ ਅਗਰ ਤੁਸੀਂ ਦੇਣਾ ਚਾਹੁੰਦੇ। ਸੇਮ ਇਨ ਯੂਕੇ ਤੋਂ ਅਸੀਂ ਫੀਸ ਆਫਟਰ ਵੀਜ਼ਾ ਦੇਣਾ ਚਾਹੁੰਦੇ ਹਾਂ ਤਾਂ ਉਹਦੀ ਆਪਸ਼ਨ ਤੁਹਾਨੂੰ ਅਸੀਂ ਦਿਆਂਗੇ। ਅਗਰ ਤੁਸੀਂ ਸਪਾਊਸ ਹੈ, ਬੱਚਾ ਤੁਹਾਡੇ ਨਾਲ ਜਾਣਾ ਚਾਹੁੰਦਾ, ਫੰਡ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਤੁਹਾਨੂੰ ਅਸੀਂ ਬੈਂਕ ਲੋਨ ਲੈਣ ਦੇ ਵਿੱਚ ਵੀ ਤੁਹਾਡੀ ਅਸੀਂ ਸਹਾਇਤਾ ਕਰਾਂਗੇ। ਬੈਂਕ ਲੋਨ ਲੈ ਕੇ ਤੁਸੀਂ ਕਾਲਜ ਯੂਨੀਵਰਸਿਟੀ ਦੀ ਫੀਸ ਵੀ ਪੇ ਕਰ ਸਕਦੇ ਹੋ। ਸੋ ਦੋਸਤੋ, ਮੈਨੂੰ ਲੱਗਦਾ ਕਿ ਅੱਜ ਤੁਹਾਡਾ ਜਿਹੜਾ ਸੈਸ਼ਨ ਹੈ ਉਹ ਕਾਫੀ ਇੰਟਰਸਟਿਡ ਰਿਹਾ ਹੋਵੇਗਾ। ਤੁਸੀਂ ਇਹਨੂੰ ਬਹੁਤ ਲਾਈਕ ਔਰ ਸ਼ੇਅਰ ਨਾਲ ਹੀ ਕਰਦੇ ਰਹੋਗੇ ਤੇ ਬੈਟਰ ਹੈਗਾ, ਕਿਉਂਕਿ ਮੈਂ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ ਕੈਨੇਡਾ PNP ਦੀ। ਹੁਣ ਜਿਹੜੇ ਬੱਚੇ ਯੂਕੇ ਦੇ ਵਿੱਚ ਯੂਕੇ ਨੂੰ ਇੱਕ ਧਿਆਨ ਦੇ ਨਾਲ ਸਮਝੋ, ਕਿਉਂਕਿ ਮੇਰੇ ਕੋਲ ਮੈਂ ਇੰਨੀ ਵਾਰੀ ਇਹਨੂੰ ਸਮਝਾ ਚੁੱਕਾ, ਫਿਰ ਵੀ ਕਈ ਵਾਰੀ ਦਿਮਾਗ 'ਚ ਚੀਜ਼ ਨਹੀਂ ਪੈਂਦੀ ਚੰਗੇ ਤਰੀਕੇ ਦੇ ਨਾਲ। ਕਿਉਂਕਿ ਜਿੰਨੇ ਮੇਰੇ ਕੋਲ ਕਈ ਵਾਰੀ ਕਲਾਇੰਟਸ ਵਿਜ਼ਿਟ ਕਰਦੇ ਆ ਉਹ ਇਹੋ ਹੀ ਦੇਖਦੇ ਕਿ ਸਰ ਯੂਕੇ 'ਚ PR ਨਹੀਂ ਹੁੰਦੀ, ਯੂਕੇ 'ਚ ਬੱਚਾ ਪੱਕਾ ਨਹੀਂ ਹੋ ਸਕਦਾ। ਦੋਸਤੋ, ਯੂਕੇ 'ਚ ਪੱਕਾ ਹੋਣਾ ਬਹੁਤ ਈਜ਼ੀ ਹੁਣ ਇਸ ਵੇਲੇ ਹੋਇਆ, ਕਿਉਂਕਿ ਯੂਕੇ ਨੇ Tier 4 ਯੂਕੇ ਨਾ ਟੀਅਰਸ ਚੱਲਦੇ ਆ। Tier 4 ਸਟੂਡੈਂਟ ਵੀਜ਼ਾ, Tier 2 ਵਰਕ ਪਰਮਿਟ, Tier 1 ਪਰਮਾਨੈਂਟ ਰੈਜ਼ੀਡੈਂਸੀ। ਜਿਹੜੇ ਬੱਚੇ Tier 4 'ਚ ਜਾ ਰਹੇ ਆ ਉਹਨਾਂ ਨੂੰ ਪੜ੍ਹਾਈ ਦੇ ਨਾਲ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਣਾ, ਦੈਟ ਇਜ਼ ਅ Tier 2 ਪਾਰਟ। ਉਹ ਹਿੱਸਾ ਸਿਰਫ ਉਹ Tier 2 ਦਾ ਹਿੱਸਾ ਹੈਗਾ। ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਆ 2 ਸਾਲ ਦਾ, ਉਹ ਵਰਕ ਪਰਮਿਟ ਨਹੀਂ ਹੈਗਾ। ਜਿਹੜਾ ਉਸ ਤੋਂ ਬਾਅਦ ਚੋਂ Tier 2 ਆ, Tier 2 ਦਾ ਪੁਆਇੰਟ ਬੇਸ ਇਮੀਗ੍ਰੇਸ਼ਨ ਸਿਸਟਮ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ। ਅੱਜ ਵੀ ਗੂਗਲ ਤੇ ਜਾਓ, ਯੂਕੇ ਪੁਆਇੰਟ ਬੇਸ ਇਮੀਗ੍ਰੇਸ਼ਨ ਸਿਸਟਮ ਨੂੰ ਕਰੋ। ਯੂਕੇ ਨੇ ਸਪਟੈਂਬਰ ਜਿਹੜਾ ਹੈਗਾ 2020 ਦੇ ਵਿੱਚ ਐਪਲੀਕੇਸ਼ਨ ਲੈਣੀਆਂ ਸਟਾਰਟ ਕਰਤੀਆਂ ਇੰਡੀਆ ਤੋਂ ਹੀ। ਇੰਡੀਆ ਆਲ ਓਵਰ ਵਰਲਡ ਤੋਂ, ਇਕੱਲੇ ਇੰਡੀਆ ਤੋਂ ਨਹੀਂ, ਆਲ ਓਵਰ ਵਰਲਡ ਤੋਂ ਯੂਕੇ ਨੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਹੈਗੀਆਂ, ਜਿਹੜੇ ਯੂਕੇ ਪਰਮਾਨੈਂਟ ਰੈਜ਼ੀਡੈਂਸੀ ਲਈ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਇੰਟਰਨੈਸ਼ਨਲੀ ਐਪਲੀਕੇਸ਼ਨ ਅਸੈਪਟ ਕਰ ਦਿੱਤੀਆਂ। ਸਪਟੈਂਬਰ ਤੋਂ ਉਹਨਾਂ ਨੇ ਐਪਲੀਕੇਸ਼ਨਾਂ ਲੈਣੀਆਂ। ਉਹ ਐਪਲੀਕੇਸ਼ਨ ਦੇ ਲਈ ਉਹਨਾਂ ਨੂੰ 70 ਪੁਆਇੰਟ ਚਾਹੀਦੇ ਆ। ਜਿਹੜੇ ਸਟੂਡੈਂਟਸ ਉੱਥੇ ਗਏ ਹੋਣਗੇ ਉਹਨਾਂ ਲਈ ਉਹ 70 ਪੁਆਇੰਟ ਇਕੱਠੇ ਕਰਨੇ ਬਹੁਤ ਈਜ਼ੀ ਹੈ। ਬਹੁਤ ਈਜ਼ੀ ਦਾ ਮਤਲਬ ਬਹੁਤ ਜ਼ਿਆਦਾ ਈਜ਼ੀ ਹੈ। ਮੈਂ ਉਹਨੂੰ ਐਕਸਪਲੇਨ ਫਿਰ ਕਰ ਦਿੰਦਾ ਇੱਕ ਵਾਰੀ ਤੁਹਾਡੇ ਲਈ ਕਿ ਜਿਹੜੇ ਉਹਦੇ 70 ਪੁਆਇੰਟ ਪੂਰੇ ਕਰਨ ਦੇ ਲਈ ਪਹਿਲਾਂ ਤੁਹਾਨੂੰ ਇੱਕ ਉੱਥੇ ਇੰਪਲੋਇਰ ਚਾਹੀਦਾ। ਅਗਰ ਤੁਸੀਂ ਉੱਥੇ ਮਾਸਟਰਸ ਕਰ ਰਹੇ ਹੋ, ਉਸ ਤੋਂ ਬਾਅਦ 'ਚੋਂ ਤੁਹਾਡੀ 2 ਸਾਲ ਦਾ ਵਰਕ ਪਰਮਿਟ ਵੀ ਤੁਹਾਨੂੰ ਮਿਲ ਗਿਆ ਤੇ ਇੰਪਲੋਇਰ ਲੱਭਣਾ ਦੈਟ ਇਜ਼ ਵੈਰੀ ਈਜ਼ੀ ਤੁਹਾਡੇ ਲਈ। ਦੂਸਰੀ, ਤੁਹਾਡੀ ਜਿਹੜੀ ਜੌਬ ਹੈ ਉੱਥੇ ਤੁਹਾਨੂੰ ਉਹ ਮੈਨੇਜਰ ਲੈਵਲ ਦੀ ਹੋਣੀ ਚਾਹੀਦੀ। ਮੈਂ ਫਿਰ ਬਾਰ-ਬਾਰ ਕਹਿ ਦਿੰਦਾ ਕਿ ਜਿਹੜੇ ਬੱਚੇ ਮਾਸਟਰਸ ਕਰਨਗੇ ਉਹਨਾਂ ਨੂੰ ਮੈਨੇਜਰ ਦੀ ਪੋਸਟ ਬੜੇ ਈਜ਼ੀਲੀ ਮਿਲ ਜਾਏਗੀ।
ਉਹ ਤੀਸਰੀ ਤੁਹਾਡੀ ਇੰਗਲਿਸ਼ ਦੀ ਜਿਹੜੀ ਕੁਆਲੀਫਿਕੇਸ਼ਨ ਹੈ, ਇੰਗਲਿਸ਼ ਦੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਅਗਰ ਪੂਰੀ ਕਰਦੇ ਪਏ ਤਾਂ 10 ਪੁਆਇੰਟ ਤੁਹਾਨੂੰ ਉਹਦੇ ਮਿਲਦੇ ਆ। ਚੌਥੀ ਤੁਹਾਡੀ ਜਿਹੜੀ ਸੈਲਰੀ ਹੈ ਉਹ 25,600 ਤੋਂ ਜ਼ਿਆਦਾ ਹੈਗੇ ਤੇ ਤੁਹਾਡੇ 20 ਪੁਆਇੰਟ ਉਹਦੇ ਮਿਲਦੇ ਆ। ਇਹ ਤਿੰਨ ਚਾਰਾਂ ਚੀਜ਼ਾਂ ਦੇ ਨਾਲ ਤੁਹਾਡੇ 70 ਪੁਆਇੰਟ ਪੂਰੇ ਹੋ ਜਾਂਦੇ ਆ। ਫੋਰ ਐਗਜ਼ਾਮਪਲ ਮੈਂ ਫਿਰ ਵੀ ਕਹਿੰਦਾ ਕਿ ਤੁਹਾਡਾ ਅਗਰ ਮੈਨੇਜਰ ਦਾ ਪੋਸਟ ਤੁਹਾਨੂੰ ਨਹੀਂ ਮਿਲਦੀ ਤੇ ਤੁਹਾਡੇ ਕੋਲ ਤੀਸਰੀ ਆਪਸ਼ਨ ਹੈਗੀ ਆ ਕਿ ਤੁਹਾਡੇ ਕੋਲ ਜਿੰਨੇ ਵੀ ਇੰਜੀਨੀਅਰਸ ਹੈਗੇ ਆ, ਜਿੰਨੇ ਵੀ ਇੰਜੀਨੀਅਰਿੰਗ ਦੇ ਨਾਲ ਨਰਸਿਸ ਹੈ, ਮੈਡੀਕਲ ਪ੍ਰੈਕਟੀਸ਼ਨਰ ਹੈ, ਕੁੱਕ ਹੈ, ਫਿਰ ਆਰਟਿਸਟ ਹੈ, ਇਹ ਸਾਰੇ ਜਿਹੜੇ ਹੈਗੇ ਆ, ਸਾਈਕੋਲੋਜਿਸਟ ਹੈ, ਲੈਬ ਟੈਕਨੀਸ਼ੀਅਨਸ ਦੇ ਵਿੱਚ ਅਗਰ ਤੁਸੀਂ ਉੱਥੇ ਕੋਰਸ ਕਰਦੇ ਆ ਤੇ ਸਾਰਿਆਂ ਨੂੰ ਸ਼ਾਰਟ ਸਕਿੱਲ ਦੇ ਵਿੱਚ ਰੱਖਿਆ ਹੋਇਆ ਯੂਕੇ ਨੇ। ਇਹ ਸਾਰੇ ਸ਼ਾਰਟ ਸਕਿੱਲ ਦੇ ਵਿੱਚ ਹੋਣ ਕਰਕੇ ਇਹ ਸਾਰਿਆਂ ਦਾ ਜਿਹੜਾ ਤੁਹਾਨੂੰ 20 ਪੁਆਇੰਟ ਐਕਸਟਰਾ ਮਿਲਦੇ ਆ। ਹੁਣ ਇਹ ਜਿਹੜੇ ਸਟੂਡੈਂਟ ਉੱਥੇ ਜਾਣਗੇ ਉਹਨਾਂ ਲਈ 70 ਪੁਆਇੰਟ ਇਕੱਠੇ ਕਰਨੇ ਬਹੁਤ ਈਜ਼ੀ ਹੈ। ਈਵਨ ਜੇ ਤੁਸੀਂ ਇੱਥੋਂ ਯੂਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਉਹਦੇ ਲਈ ਵੀ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡੀ ਕੰਪਨੀ ਹੈ ਇੱਕੋ ਇੱਕ ਪੰਜਾਬ ਦੇ ਵਿੱਚ, ਇੱਕੋ ਇੱਕ ਇੰਡੀਆ ਦੇ ਵਿੱਚ ਜਿਹੜੀ ਇਸ ਵੇਲੇ ਯੂਕੇ ਦੀ ਪਰਮਾਨੈਂਟ ਰੈਜ਼ੀਡੈਂਸੀ ਇਸ ਵੇਲੇ ਤੁਹਾਨੂੰ ਆਫਰ ਕਰ ਰਹੀ ਹੈ। ਇਹਦੇ ਲਈ ਤੁਸੀਂ ਸਿਰਫ ਆਪਣਾ ਰਿਜ਼ਿਊਮ ਸਾਡੇ ਨਾਲ ਸ਼ੇਅਰ ਕਰੋ। ਅਗਰ ਤੇ ਤੁਹਾਡੀ ਇੰਜੀਨੀਅਰਿੰਗ ਹੈ, ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਹੈ, ਤੁਹਾਡੇ ਲਈ ਉੱਥੇ ਈਜ਼ੀ ਹੈ, ਤੁਹਾਡੇ ਲਈ ਇਸ ਵੇਲੇ ਮੂਵ ਔਨ ਹੋਣਾ ਯੂਕੇ ਵਿਦ ਫੈਮਿਲੀ। ਅਗਰ ਇੰਜੀਨੀਅਰਿੰਗ ਦੇ ਵਿੱਚ ਸਾਰੇ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰੋਨਿਕਲ, ਕੈਮੀਕਲ, ਈਵਨ ਕਿ ਜਿਹੜੇ ਸੌਫਟਵੇਅਰ ਇੰਜੀਨੀਅਰਿੰਗ ਹੈ, ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਇਹਦੇ ਵਿੱਚ ਹੀ ਆਉਂਦੀ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਇਨਫੋਰਮੇਸ਼ਨ ਫੈਕਟਫੁਲ ਲੱਗਦੀ ਹੈ, ਤੁਹਾਨੂੰ ਸਾਰਾ ਇਹਨੂੰ ਇਨਫੋਰਮੇਸ਼ਨ ਨੂੰ ਤੁਸੀਂ ਇੰਜੋਏ ਕਰਦੇ ਹੋ। ਜਿਹੜੇ ਬੰਦੇ ਇਮੀਗ੍ਰੇਸ਼ਨ ਫੀਲਡ ਦੇ ਨਾਲ ਫੋਰਨ ਜਾਣਾ ਚਾਹੁੰਦੇ ਆ ਉਹਨਾਂ ਨੂੰ ਇਨਫੋਰਮੇਸ਼ਨ ਜ਼ਰੂਰੀ ਲੱਗਦੀ ਹੈ ਤੇ ਉਹ ਇਹਨਾਂ ਲਈ ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੇ ਜਿਹੜੇ ਹਾਈਲਾਈਟਸ ਰਹੇ ਪ੍ਰੋਗਰਾਮ ਦੇ, ਉਹ ਇਹੋ ਹੀ ਪ੍ਰੋਗਰਾਮ ਦੇ ਹਾਈਲਾਈਟਸ ਰਹੇ ਕਿ ਇੱਕ ਤੇ ਅੱਜ ਹੀ ਜਿਹੜੇ ਬੱਚੇ ਜਰਮਨੀ ਜਾਣਾ ਚਾਹੁੰਦੇ ਆ, ਜਰਮਨੀ ਦੀ ਯੂਨੀਵਰਸਿਟੀ ਸਾਡੇ ਪੇਜ ਦੇ ਵਿੱਚ ਲਾਈਵ ਹੋਏਗੀ ਤੇ 3:30 ਵਜੇ ਇੰਡੀਅਨ ਟਾਈਮ ਦੇ ਵਿੱਚ। ਜਿਹੜੇ ਜਰਮਨੀ ਜਾਣਾ ਚਾਹੁੰਦੇ ਆ ਉਹ ਤੁਸੀਂ ਸਾਨੂੰ ਉਹਦੇ ਨਾਲ ਸਾਡੇ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਜਰਮਨੀ ਦੀ ਇਨਫੋਰਮੇਸ਼ਨ ਜ਼ਿਆਦਾ ਕਲੀਅਰਲੀ ਮਿਲ ਸਕੇ। ਆਇਰਲੈਂਡ ਜਾਣਾ ਚਾਹੁੰਦੇ ਹੋ, ਯੂਕੇ ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ, ਕੈਨੇਡਾ ਦੀ ਆਪਸ਼ਨ ਮੈਂ ਤੁਹਾਨੂੰ ਸਾਰੀਆਂ ਦੇ ਦਿੱਤੀਆਂ ਇਸ ਵੇਲੇ। 2 ਲੱਖ ਰੁਪਏ ਸਾਲ ਦੀ ਫੀਸ ਵਾਲੀ, 3.5 ਲੱਖ ਰੁਪਏ ਸਾਲ ਦੀ ਫੀਸ ਵਾਲੀ, ਮੌਂਟਰੀਅਲ ਦੀ, ਟੋਰਾਂਟੋ ਦੀ, ਬਰੈਂਪਟਨ ਦੀ, ਵੈਨਕੂਵਰ ਦੀ, ਜਿਹੜੇ ਓਵਰਆਲ ਬੱਚੇ ਜਿਨ੍ਹਾਂ ਦੇ 6 ਬੈਂਡ ਹੈ, 2 ਚੋਂ 5.5 ਹੈ, ਉਹਨਾਂ ਦੀ ਆਪਸ਼ਨ ਦੇਤੀ। ਜਿਹਦੇ ਕੋਲ ਆਇਲਸ ਨਹੀਂ ਹੈਗੀ, ਜਿਹੜੇ ਬੱਚੇ ਅੱਜ ਡੁਲਿੰਗੋ ਕਰ ਰਹੇ ਆ, ਜਿਹੜੇ ਬੱਚੇ ਅੱਜ ਇਹ ਸੋਚ ਰਹੇ ਕਿ ਵਿਦਆਊਟ ਆਇਲਸ ਆਪਾਂ ਲੈ ਲਾਂਗੇ, ਜਦੋਂ ਆਇਲਸ ਦੀ ਆਪਣੀ ਡੇਟ ਬੁੱਕ ਕਰ ਲਓ। ਆਇਲਸ ਦੇ ਐਗਜ਼ਾਮ ਹੋਣੇ ਸ਼ੁਰੂ ਹੋ ਰਹੇ ਆ ਜੂਨ ਦੇ ਵਿੱਚ, ਦਿੱਲੀ ਤੋਂ ਐਗਜ਼ਾਮ ਸ਼ੁਰੂ ਹੋ ਜਾਣੇ ਆ। ਤੁਸੀਂ ਦਿੱਲੀ ਦੀ ਡੇਟ ਬੁੱਕ ਕਰੋਗੇ ਤਾਂ ਦਿੱਲੀ ਜਾ ਕੇ ਜੂਨ ਦੇ ਵਿੱਚ ਐਗਜ਼ਾਮ ਦੇ ਸਕਦੇ ਹੋ। ਅਗਰ ਤੁਸੀਂ ਜਿਹੜੇ ਬੱਚੇ PR ਅਪਲਾਈ ਕਰਨਾ ਚਾਹੁੰਦੇ ਆ, ਕਿਉਂਕਿ ਉਹਦੀ ਕੋਈ ਆਪਸ਼ਨ ਨਹੀਂ ਹਾਲੇ ਤੱਕ ਮਿਲੀ, ਕਿਉਂਕਿ ਵਿਦਆਊਟ ਕਈ ਕਾਲਜਸ ਨੇ ਡੁਲਿੰਗੋ PTE ਐਕਸੈਪਟ ਕਰਨਾ ਸ਼ੁਰੂ ਕਰਤਾ, ਪਰ ਜਿਹੜੇ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਆ, ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰੀਸੈਂਟ ਡਰਾਅ ਨਿਕਲਿਆ, ਇਸ ਡਰਾਅ ਦੇ ਵਿੱਚ ਜਿਹੜੇ PR ਦੇ ਨਾਲ ਆਇਲਸ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਆ ਉਹ ਆਪਣਾ ਜਰਨਲ ਟੈਸਟ ਬੁੱਕ ਕਰ ਲੈਣ ਆਇਲਸ ਦਾ। ਆਇਲਸ ਵਾਲਿਆਂ ਨੇ ਮੈਨੂੰ ਇਹ ਗ੍ਰੀਨ ਸਿਗਨਲ ਦਿੱਤਾ ਕਿ ਜਿਸ ਦਿਨ ਪੰਜਾਬ ਗਵਰਨਮੈਂਟ ਨੇ ਇਹਦਾ ਡਿਸੀਜਨ 30 ਮਈ ਤੋਂ ਬਾਅਦ ਚੋਂ ਲੈਣਾ, 1 ਜਾਂ 2 ਤਰੀਕ ਨੂੰ ਅਨਾਊਂਸਮੈਂਟ ਹੋ ਜਾਏਗੀ ਕਿ ਆਇਲਸ ਦਾ ਐਗਜ਼ਾਮ ਸ਼ੁਰੂ ਹੋ ਰਿਹਾ ਪੰਜਾਬ ਦੇ ਵਿੱਚ ਵੀ। ਤੇ ਜਿਹੜੇ ਬੱਚੇ ਆਇਲਸ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਉਹ ਆਇਲਸ ਵਾਲੇ ਸਿਰਫ ਤੇ ਇਹ ਕਹਿੰਦੇ ਪਏ ਕਿ ਸਾਨੂੰ ਪਰਮਿਸ਼ਨ ਮਿਲ ਜੇ, ਚਾਹੇ ਉਹ 20 ਬੱਚੇ ਬਿਠਾਉਣ ਦੀ ਪਰਮਿਸ਼ਨ ਦੇ ਦੇਣ, ਅਸੀਂ ਉਹਦੇ ਨਾਲ ਵੀ ਸਾਰੇ ਬੱਚੇ ਪਿਛਲੇ ਭੁਗਤਾ ਦਾਂਗੇ, ਚਾਹੇ ਰੋਜ਼ ਟੈਸਟ ਲੈਣਾ ਸਾਨੂੰ ਪਵੇ। 30 ਦੇ 30 ਦਿਨ ਉਹ ਟੈਸਟ ਲੈਣ ਨੂੰ ਤਿਆਰ ਹੈਗੇ ਆ। ਉਹ ਕਹਿੰਦੇ 30 ਦੇ 30 ਦਿਨ ਅਸੀਂ ਟੈਸਟ ਲਵਾਂਗੇ। ਅਗਰ ਤੁਹਾਡੀ ਬੁਕਿੰਗ ਹੋਈ ਹੋਏਗੀ ਤਾਂ ਤੁਹਾਨੂੰ ਉਹ ਡੇਟ ਕਾਲ ਕਰਕੇ, ਮੈਸੇਜ ਕਰਕੇ ਇਨਫੋਰਮ ਕਰ ਦੇਣਗੇ ਕਿ ਤੁਹਾਡੀ ਜਿਹੜੀ ਡੇਟ ਹੈ। ਹਰ ਸ਼ਹਿਰ ਦੇ ਵਿੱਚ ਉਹ 20 ਸੈਂਟਰਸ ਬਣਾਉਣ ਨੂੰ ਤਿਆਰ ਹੈਗੇ, 10 ਸੈਂਟਰ ਬਣਾਉਣ ਨੂੰ ਤਿਆਰ ਹੈ। ਸਕੂਲਾਂ ਕਾਲਜਾਂ ਦੇ ਨਾਲ ਉਹਨਾਂ ਦੇ ਲਿੰਕ ਹੋ ਚੁੱਕੇ ਆ, ਉਹਨਾਂ ਨਾਲ ਟਾਈਪ ਹੋ ਚੁੱਕੇ ਆ। ਸੋ ਬੀ ਪ੍ਰੀਪੇਅਰ। ਜੂਨ ਦੇ ਵਿੱਚ ਐਵਰੀਥਿੰਗ ਵਿਲ ਬੀ ਫਾਈਨ। ਇੰਟਰਨੈਸ਼ਨਲ ਫਲਾਈਟਾਂ ਸਟਾਰਟ ਹੋ ਰਹੀਆਂ 15-16 ਜੂਨ ਤੋਂ ਬਾਅਦ ਚੋਂ। ਜਿਹੜੇ ਬੱਚੇ ਫੋਰਨ ਜਾਣਾ ਚਾਹੁੰਦੇ, ਮੈਂ ਇੱਕੋ ਦੱਸਦਾ ਪਿਆ, ਜਿੰਨੇ ਵੀ ਕੈਨੇਡਾ ਗਏ ਹੋਏ ਬੱਚੇ, ਜਿੰਨੇ ਵੀ ਯੂਕੇ ਗਏ ਹੋਏ ਬੱਚੇ, ਅੱਜ ਤੱਕ ਭਾਰਤ ਸਰਕਾਰ ਨੇ ਜਦੋਂ ਕਿਹਾ ਕਿ ਜਿਹੜੇ ਉੱਥੋਂ ਵਾਪਸ ਆਉਣਾ ਚਾਹੁੰਦੇ, ਇੱਕ ਵੀ ਬੱਚਾ ਵਾਪਸ ਨਹੀਂ ਆਇਆ। ਸੋ ਦੋਸਤੋ, ਦੇ ਆਰ ਲਿਵਿੰਗ, ਕੋਈ ਉਹਨਾਂ ਨੂੰ ਪਰੇਸ਼ਾਨੀ ਉੱਥੇ ਕੈਨੇਡਾ ਦੇ ਵਿੱਚ, ਯੂਕੇ ਦੇ ਵਿੱਚ ਕੋਵਿਡ ਕਰਕੇ ਨਹੀਂ ਆਈ। ਚਾਹੇ ਉਹਨਾਂ ਨੂੰ ਜੌਬ ਮਿਲੀ ਨਾ ਨਹੀਂ ਮਿਲੀ, ਪਰ ਉੱਥੇ ਦੇ ਜਿਹੜੇ ਗੁਰਦੁਆਰਿਆਂ ਨੇ, ਉੱਥੇ ਦੇ ਜਿਹੜੇ ਸੰਸਥਾਵਾਂ ਸੀਗੀਆਂ, ਚਾਹੇ ਉਹ ਖਾਲਸਾ ਏਡ ਹੋ ਗਈ, ਚਾਹੇ ਹੋਰ ਚੀਜ਼ ਹੋ ਗਈ, ਉਹ ਸਾਰਿਆਂ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਸੰਭਾਲ ਕੇ ਰੱਖਿਆ ਉੱਥੇ। ਉਹ ਸਾਰਿਆਂ ਨੇ ਆਪਣੀ ਕਮਿਊਨਿਟੀ ਨੂੰ ਸੰਭਾਲ ਕੇ ਰੱਖਿਆ ਉੱਥੇ। ਸੋ ਉੱਥੇ ਜਿਹੜੀ ਹਿਊਮੈਨਿਟੀ ਹੈ ਇੰਡੀਅਨਸ ਵਾਲੀ, ਅਗਰ ਪੰਜਾਬੀਆਂ ਵਾਲੀ, ਅਗਰ ਸਰਦਾਰਾਂ ਵਾਲੀ, ਸਿੱਖਾਂ ਵਾਲੀ, ਉਹ ਉੱਥੇ ਇਸ ਵੇਲੇ ਬਾਕੀ ਮੁਲਕਾਂ ਨਾਲੋਂ ਜ਼ਿਆਦਾ ਹੈਗੀ ਹੈ। ਕੈਨੇਡਾ ਦੇ ਵਿੱਚ ਅਸੀਂ ਗੱਲ ਕਰ ਲਈਏ, ਈਵਨ ਟੋਰਾਂਟੋ, ਵੈਨਕੂਵਰ, ਸਰੀ, ਈਵਨ ਮੌਂਟਰੀਅਲ ਦੇ ਵਿੱਚ
ਇਹ ਜਿੰਨੇ ਵੀ ਉੱਥੇ ਇੰਟਰਨੈਸ਼ਨਲ ਸਟੂਡੈਂਟ ਸੀ, ਉਹਨਾਂ ਸਾਰਿਆਂ ਨੂੰ ਬਹੁਤ ਵਧੀਆ ਸਪੋਰਟ ਮਿਲੀ ਹੈ ਗਵਰਨਮੈਂਟ ਵੱਲੋਂ ਵੀ, ਸਰਕਾਰਾਂ ਵੱਲੋਂ ਵੀ। ਅਮਰੀਕਾ ਦੇ ਵਿੱਚ ਤਾਂ ਟਰੰਪ ਨੇ ਕਹਿ ਹੀ ਦਿੱਤਾ ਸੀਗਾ ਕਿ ਜਿਹੜੇ ਇੱਥੇ ਗੁਰਦੁਆਰੇ ਹੈਗੇ ਉਹਨਾਂ ਨੇ ਜਿਹੜੀ ਸਪੋਰਟ ਕੀਤੀ ਹੈ ਇਸ ਵੇਲੇ, ਦੈਟ ਇਜ਼ ਰਿਮਾਰਕੇਬਲ। ਉਹਨਾਂ ਸਪੈਸ਼ਲ ਥੈਂਕਫੁਲ ਵੀ ਕੀਤਾ ਸਰਦਾਰਾਂ ਨੂੰ, ਸਿੱਖਾਂ ਨੂੰ, ਕਿ ਤੁਸੀਂ ਬਹੁਤ ਜ਼ਿਆਦਾ ਸੇਵਾ ਭਾਵਨਾ ਨਾਲ ਜਿਹੜੀ ਕੋਵਿਡ ਦੇ ਵਿੱਚ ਕੰਮ ਕੀਤਾ। ਸੋ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਜਿਹੜੇ ਸਾਡੇ ਸਰਵਿਸਿਜ਼ ਲੈਣਾ ਚਾਹੁੰਦੇ ਆ, ਫੋਨ ਨੰਬਰ ਤੁਹਾਨੂੰ ਦਿੱਤੇ ਹੋਏ ਆ, WhatsApp ਕਰੋ, ਈਮੇਲ ਕਰੋ, ਮੇਰੇ ਨਾਲ ਗੱਲ ਕਰਨੀ ਪਰਸਨਲੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਇਸੇ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਆਈ ਵਿਲ ਬੀ ਅਵੇਲੇਬਲ। ਮੋਰ ਦੈਨ ਹੈਪੀ ਕਿ ਅਸੀਂ ਨਾਰਮਲ ਹੋਈਏ, ਇੱਕ ਦੂਜੇ ਨਾਲ ਫੇਸ ਟੂ ਫੇਸ ਗੱਲ ਕਰੀਏ, ਇੱਕ ਦੂਜੇ ਨਾਲ ਮਿਲ ਕੇ ਗੱਲ ਕਰੀਏ, ਇਹਦੇ ਨਾਲ ਤਾਂ ਕਿ ਆਪਣਾ ਸਾਰਾ ਕੁਝ ਜਲਦੀ ਜਿਹੜੀ ਰੂਟੀਨ ਹੈ ਨਾਰਮਲ ਹੋ ਜਾਏ। ਉਮੀਦ ਆ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ, ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਸ਼ੇਅਰ ਕਰੋਗੇ। ਮੈਂ ਤੁਹਾਡਾ ਅਤੀ ਧੰਨਵਾਦੀ ਹਾਂ। ਥੈਂਕ ਯੂ ਦੋਸਤੋ।